ਨਗਰ ਕੌਂਸਲ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤੇ ਉਮੀਦਵਾਰਾਂ ਨੇ ਲੋਕਾਂ ਨਾਲ ਮੇਲ ਮਿਲਾਪ ਸ਼ੁਰੂ ਕਰ ਦਿੱਤਾ ਹੈ। ਗੱਲ ਕਰਦੇ ਹਾਂ ਵਾਰਡ ਨੰਬਰ 10 ਦੀ, ਜਿੱਥੇ ਸਾਬਕਾ ਕੌਂਸਲਰ ਹਰਿੰਦਰਪਾਲ ਸਿੰਘ ਜੌਲੀ ਮੁੜ ਚੋਣ ਮੈਦਾਨ ਵਿੱਚ ਹਨ। ਅੱਜ ਸਨੀ ਇਨਕਲੇਵ ਖਰੜ ਵਿੱਚ ਉਹਨਾਂ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਜੌਲੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਹੈ ਤੇ ਉਹ ਅੱਜ ਵੀ ਨਿਰਵਿਘਨ ਸੇਵਾ ਕਰ ਰਹੇ ਹਨ। ਉਹਨਾਂ ਦਾ ਬਿਗਲ ਵੱਜ ਚੁੱਕਿਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਨਗਰ ਕੌਂਸਲ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਔਰ ਇਸ ਸਮੇਂ ਜਿਹੜਾ ਗਹਿਮਾ ਗਹਿਮੀ ਉਹ ਸ਼ੁਰੂ ਹੋ ਚੁੱਕੀ ਹੈ, ਕਰਾਊਡ ਹੋ ਚੁੱਕਿਆ ਔਰ ਲੋਕ ਜਿਹੜੇ ਨੇ ਆਪਣੇ ਹੱਕਾਂ ਦੀ ਖਾਤਰ ਇੱਥੇ ਬੈਠ ਚੁੱਕੇ ਨੇ ਆ ਕੇ ਔਰ ਇੱਕੋ ਗੱਲ ਤੋਂ ਹਈਆ ਕਰਦੇ ਨੇ ਕਿ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਵੇ। ਇਸ ਸਮੇਂ ਆਪਾਂ ਵਾਰਡ ਨੰਬਰ 10 ਦੇ ਵਿੱਚ ਖੜੇ ਹਾਂ, ਜਿੱਥੇ ਜੌਲੀ ਜੀ ਜਿਹੜੇ ਕਿ ਐਕਸ ਐਮਸੀ ਸੀ ਨਿਊ ਸਨੀ ਇਨਕਲੇਵ ਦੇ, ਹੁਣ ਵਾਰਡ ਨੰਬਰ 10 ਤੋਂ ਇਹ ਇਲੈਕਟ ਹੋ ਰਹੇ ਨੇ, ਚੋਣਾਂ ਲੜ ਰਹੇ ਨੇ। ਸੋ ਪੂਰੇ ਵਾਰਡ ਦੇ ਲੋਕ ਜਿਹੜੇ ਹੈਗੇ ਨੇ ਉਹ ਅੱਜ ਇੱਥੇ ਇਕੱਠੇ ਹੋਏ ਨੇ ਔਰ ਇਹਨਾਂ ਦੀ ਸਪੋਰਟ ਦੇ ਵਿੱਚ ਪੂਰਾ ਬਹੁਮਤ ਹੋ ਕੇ ਇਹਨਾਂ ਨੂੰ ਵਾਅਦਾ ਕਰ ਰਹੇ ਨੇ ਕਿ ਵੋਟਾਂ ਜਿਹੜੀਆਂ ਹੈਗੀਆਂ ਤੁਹਾਨੂੰ ਪਾਵਾਂਗੇ। ਨਗਰ ਕੌਂਸਲ ਹੋਵੇ ਜਾਂ ਨਗਰ ਨਿਗਮ ਹੋਵੇ, ਚੋਣਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਕਿਸੇ ਖੇਤਰ ਦਾ ਆਪਾਂ ਵਿਕਾਸ ਕਰਾਉਣਾ ਹੋਵੇ ਉਦੋਂ ਇਸ ਤਰ੍ਹਾਂ ਦੇ ਨੁਮਾਇੰਦੇ ਲਿਆਉਣੇ ਬਹੁਤ ਜ਼ਰੂਰੀ ਹੈ ਮੈਦਾਨ ਦੇ ਵਿੱਚ, ਜਿਹੜੇ ਕਿ ਪ੍ਰੋਗਰੈਸ ਕਰ ਸਕਣ ਔਰ ਡਿਵੈਲਪਮੈਂਟ ਕਰ ਸਕਣ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਤੇ ਵਰਤੋਂ, ਇਹ ਦੋਨੋਂ ਚੀਜ਼ਾਂ ਵਿੱਚ ਡਿਫਰੈਂਸ ਹੈ। ਜਿਹੜੇ ਵਰਤੋਂ ਕਰਦੇ ਨੇ ਉਹ ਹਮੇਸ਼ਾ ਜਿਹੜੇ ਹੈਗੇ ਨੇ ਹਰ ਵਾਰ ਉਹ ਜਿੱਤਦੇ ਨੇ, ਜਿਹੜੇ ਦੁਰਵਰਤੋਂ ਕਰਦੇ ਨੇ ਉਹ ਫਿਰ ਇੱਕੋ ਵਾਰ ਜਿੱਤਦੇ ਨੇ, ਫਿਰ ਬਾਰ-ਬਾਰ ਨਹੀਂ ਜਿੱਤਦੇ। ਸੋ ਵਾਰਡ ਨੰਬਰ ਆਪਾਂ 10 ਦੀ ਗੱਲ ਕਰਦੇ ਹਾਂ। ਇਸ ਸਮੇਂ ਆਪਾਂ ਸਨੀ ਇਨਕਲੇਵ ਦੇ ਵਿੱਚ ਖੜੇ ਹਾਂ। ਉੱਥੋਂ ਦੇ ਐਮਸੀ ਇਲੈਕਸ਼ਨ ਦੇ ਵਿੱਚ ਜਿਹੜੇ ਨੋਮੀਨੇਟ ਨੇ, ਸੋ ਜੌਲੀ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਸਨੀ ਇਨਕਲੇਵ, ਨਵੇਂ ਸਨੀ ਇਨਕਲੇਵ ਦੇ ਵਿੱਚ ਐਜ਼ ਏ ਮਿਊਨਿਸਪਲ ਕੌਂਸਲਰ ਬੜੀ ਬਿਹਤਰੀਨ ਸੇਵਾ ਜਿਹੜੀ ਹੈਗੀ ਹੈ ਉਹ ਨਿਭਾ ਚੁੱਕੇ। ਉੱਥੇ ਹੁਣ ਲੇਡੀਜ਼ ਵਾਰਡ ਹੈ, ਸੋ ਮੇਲ ਵਾਰਡ ਇਹ ਮੇਲ ਵਾਰਡ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਇਹਨਾਂ ਨੇ ਇੱਕ ਪਬਲਿਕ ਮੀਟਿੰਗ ਰੱਖੀ ਔਰ ਸਾਰੇ ਸਨੀ ਇਨਕਲੇਵ ਜਿਹੜੇ ਵਾਰਡ ਦੇ ਲੋਕ ਨੇ ਉਹਨਾਂ ਨੂੰ ਬੁਲਾਇਆ ਗਿਆ। ਕਿਹੜੀਆਂ ਸਮੱਸਿਆਵਾਂ ਨੇ, ਕਿਹੜੀਆਂ ਸਮੱਸਿਆਵਾਂ ਨੂੰ ਆਪਾਂ ਦੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਹਰਿੰਦਰਪਾਲ ਸਿੰਘ ਜੌਲੀ ਤੁਹਾਡੇ ਸਾਰੇ ਹੀ ਸ਼ਰੋਤਿਆਂ ਨੂੰ ਨਵੇਂ ਸਾਲ ਦੀ ਵਧਾਈਆਂ ਦੇਣਾ ਤੇ ਆਉਣ ਵਾਲੇ ਗੁਰਪੁਰਬ ਦੀ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਤੁਹਾਨੂੰ ਮੁਬਾਰਕਾਂ ਜੀ। ਲੋਹੜੀ ਦੀ। ਅੱਛਾ, ਜਿਹੜੇ ਪਹਿਲੇ ਡਿਵੈਲਪਮੈਂਟ ਦੇ ਕੰਮ ਸੀ ਤੁਸੀਂ ਨਵੇਂ ਸਨੀ ਇਨਕਲੇਵ, ਪਹਿਲਾਂ ਉਹਦੀ ਗੱਲ ਕਰਦੇ ਹਾਂ, ਉਹ ਕਿਹੜੇ ਕੰਮ ਸੀ ਜਿਹੜੇ ਉੱਥੇ ਹੋਣ ਵਾਲੇ ਤੁਸੀਂ ਕਰਵਾਏ ਹੋ? ਦੇਖੋ ਜੀ, ਆਪਣਾ ਜਿਹੜਾ ਸਾਡੇ 2 ਪਿੰਡ ਪੈਂਦੇ ਸੀ ਜੋ ਕਿ ਬਿਲਕੁਲ ਕਾਫੀ ਉਹਨਾਂ ਦਾ ਹੀ ਕੰਮ ਹੋਣ ਵਾਲਾ ਸੀ, ਉਹਨਾਂ ਦੇ ਸੀਵਰੇਜ, ਸਟਰੀਟ ਲਾਈਟ, ਰੋਡ ਸਾਰੇ ਹੀ ਕੰਮ ਕੀਤੇ। ਇੱਕ ਜਿਹੜਾ ਬਹੁਤ ਵੱਡਾ ਕੰਮ ਉੱਥੇ ਹੋਇਆ, ਜਿਹੜਾ ਅਸੀਂ 20 ਕਰੋੜ ਦਾ ਸੈਂਟਰ ਗੌਰਮੈਂਟ ਵੱਲੋਂ ਇੱਕ ਮਲਟੀ ਸਟੇਡੀਅਮ ਜਿਹੜਾ ਪਾਸ ਕਰਾਇਆ ਸੀ, ਤੇ ਜਿਹੜਾ ਕਿ ਆਉਣ ਵਾਲੇ ਪੂਰੇ ਖਰੜ ਸ਼ਹਿਰ ਵਾਸਤੇ ਇੱਕ ਮਿਸਾਲ ਹੋਏਗਾ। ਇੱਕ ਸਾਡੇ ਅਸੀਂ ਉੱਥੇ ਪੋਸਟ ਆਫਿਸ ਅਸੀਂ ਮਨਜ਼ੂਰ ਕਰਾਤਾ, ਡਿਸਪੈਂਸਰੀ ਮਨਜ਼ੂਰ ਹੋ ਗਈ ਹੈ, ਤੇ ਤਕਰੀਬਨ ਕਾਫੀ ਕੰਮ ਹੋਇਆ ਜਿਹੜੇ ਅਸੀਂ ਕਰ ਸਕਦੇ ਸੀ ਉਹ ਕੀਤੇ ਹੈ ਜੀ। ਇੱਥੇ ਹੁਣ ਜਿਹੜੀਆਂ ਵਾਰਡ ਦੀਆਂ ਸਮੱਸਿਆਵਾਂ ਨੇ, ਹੁਣ ਤੁਸੀਂ ਨਵੇਂ ਪੁਰਾਣੇ ਸਨੀ ਇਨਕਲੇਵ 'ਚ ਆ ਗਏ, ਤੇ ਇੱਥੇ ਹੁਣ ਕਿਹੜੀਆਂ ਸਮੱਸਿਆਵਾਂ ਤੁਹਾਨੂੰ ਫੇਸ ਕਰਨੀਆਂ ਪੈ ਰਹੀਆਂ? ਸਰ, ਇਸ ਵਾਰਡ ਦੇ ਵਿੱਚ ਨਾ ਥੋੜ੍ਹਾ ਜਿਹਾ ਵਾਰਡ ਨੂੰ ਨੈਗਲੈਕਟ ਕੀਤਾ ਗਿਆ। ਇਸ ਵਾਰਡ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕੰਮ ਹੀ ਨਹੀਂ ਹੋਏ। ਤਕਰੀਬਨ ਪਾਰਕ ਦਾ ਤੁਸੀਂ ਇਹ ਦੇਖੀਏ, ਪਾਰਕਾਂ ਦੀ ਹਾਲਤ ਇੱਥੇ ਬਹੁਤ ਬੁਰੀ ਸੀ। ਮਤਲਬ 19 ਦੇ 19 ਪਾਰਕ ਜਿਹੜੇ ਮੈਂ ਸਾਰੇ ਵਾਪਸ ਮੇਨਟੇਨ ਕੀਤੇ। ਆਪਾਂ ਇਹਨਾਂ 'ਚ ਬੈਂਚ ਲਵਾਇਆ, ਆਪਣੇ ਪੱਲੋਂ ਹੀ ਕੀਤਾ ਖਰਚਾ ਸਾਰਾ, ਤੇ ਤਕਰੀਬਨ JCB ਲਗਾ ਕੇ ਸਾਰੇ ਪਲਾਟ ਜਿਹੜੇ ਖਰਾਬ ਗੰਦੀ ਹਾਲਤ ਸੀ ਉਹਨਾਂ ਨੂੰ ਸਾਫ਼ ਕਰਾਇਆ, ਤੇ ਲਾਈਟਾਂ ਦਾ ਜਿਹੜਾ ਪ੍ਰਬੰਧ ਕੀਤਾ, ਤੇ ਕਾਫੀ ਕੰਮ ਕੀਤਾ। ਜੋ ਮੈਂ ਸਿਰਫ ਲੋਕਾਂ ਦੇ ਵਿੱਚ ਵਿਚਰ ਰਿਹਾ, ਤੇ ਮੈਂ ਲੋਕਾਂ ਕੋਲੋਂ ਸਿਰਫ ਕੰਮ ਪੁੱਛ ਰਿਹਾ। ਮੈਂ ਵੋਟ ਮੰਗਣ ਹਜੇ ਤੱਕ ਕਿਸੇ ਕੋਲ ਨਹੀਂ ਗਿਆ। ਮੈਂ ਇਹ ਕਿਹਾ ਕਿ ਮੈਨੂੰ ਤੁਸੀਂ ਜਿਹੜੇ ਕੰਮ ਦੱਸੋ, ਜੇ ਮੈਂ, ਕਿਉਂਕਿ ਮੇਰੇ ਵਾਸਤੇ ਇੱਕ ਮੈਂ ਨਵਾਂ ਇਸ ਵਾਰਡ 'ਚ, ਤੇ ਨਵਾਂ ਨਹੀਂ ਮਤਲਬ ਰਹਿਣ ਵਾਲਾ ਤਾਂ ਮੈਂ ਇੱਥੇ ਦਾ ਹੀ ਹਾਂ, ਪਰ ਮਤਲਬ ਇਸ ਕੰਮ ਮੈਂ ਪਹਿਲਾਂ ਦੂਜਾ MC ਸੀ ਤੇ ਨੈਚੁਰਲੀ ਕੰਮ ਹੁਣ ਨਹੀਂ ਕਰਨੇ ਸੀ, ਹੁਣ ਮੇਰੀ ਡਿਊਟੀ ਬਣਦੀ ਹੈ, ਤੇ ਮੈਂ ਆਪਣੇ ਧਿਆਨ ਵਿੱਚ ਵੀ ਰੱਖ ਰਿਹਾ ਜਿਹੜੇ ਕੰਮ ਹੈਗੇ, ਔਰ ਜਿਹੜੇ ਮੈਂ ਆਪ ਪੱਲੋਂ ਕਰਾ ਸਕਦਾ ਮੈਂ ਪੱਲੋਂ ਹੀ ਕਰਾਤੇ ਜੀ। ਹੁੰਦਾ ਕੀ ਹੈ ਬੇਸਿਕਲੀ ਕਿ ਜਦੋਂ ਆਪਾਂ ਇਲੈਕਸ਼ਨ ਹੁੰਦੇ ਨੇ ਉਦੋਂ ਆਪਾਂ ਹਰ ਬੰਦੇ ਨੂੰ ਮਿਲਦੇ, ਜਦੋਂ ਆਪਾਂ ਜਿੱਤ ਜਾਂਦੇ ਹਾਂ ਤਾਂ ਉਦੋਂ ਫਿਰ ਆਪਾਂ ਕੀ ਆ, ਥੋੜ੍ਹਾ ਜਿਹਾ ਆਪਾਂ ਡਿਫਰੈਂਸ ਮੇਨਟੇਨ ਹੋ ਜਾਂਦਾ, ਕੰਮ ਦੇ ਪੱਖੋਂ ਆਪਣਾ ਧਿਆਨ ਥੋੜ੍ਹਾ ਘੱਟ ਜਾਂਦਾ। ਕਿ ਤੁਸੀਂ ਜਿਹੜਾ ਹੈਗਾ ਪੂਰੇ ਸਾਲ ਜਿੰਨੇ ਚਿਰ ਤੁਹਾਡੀ ਵਰਕਿੰਗ ਰਹੇਗੀ ਸਰਗਰਮ ਰਹੋਗੇ? ਸਰ, ਮੈਂ ਦੱਸਦਾ ਮੈਂ ਇਹਦੇ ਵਿੱਚ ਮੈਂ ਭਰੋਸਾ ਤਾਂ ਇਹ ਦਵਾਉਣਾ ਜੀ, ਜਿਹੜਾ ਆਲਰੇਡੀ ਸਾਬਕਾ MC ਹੁੰਦਾ ਉਹਦੇ ਵਾਸਤੇ ਲੋਕਾਂ ਨੂੰ ਸਭ ਪਤਾ ਹੁੰਦਾ ਏਰੀਆ ਦੇ ਵੀ ਇਹ ਬੰਦਾ ਕੰਮ ਕਰਨ ਵਾਲਾ ਹੈ ਜਾਂ ਨਹੀਂ ਹੈ, ਐਵੇਂ ਆ ਕੇ ਭੱਜ ਜਾਂਦਾ। ਉਹਦੇ ਵਾਸਤੇ ਅਗਰ ਕੰਮ ਨਹੀਂ ਕੀਤਾ ਤੇ ਸਮਝ ਲਓ ਉਹ ਬੰਦਾ ਲੋਕਾਂ 'ਚ ਵਿਚਰ ਨਹੀਂ ਸਕਦਾ। ਲੋਕ ਉਹਨੂੰ ਇਹ, ਜੇ ਤੁਸੀਂ ਅੱਜ ਸਾਰਾ ਕਰਾਊਡ ਦੇਖ ਰਹੇ ਹੋ ਜਿਹੜਾ ਤੁਸੀਂ ਆਏ ਹੋ ਲੋਕੀ, ਇਹ ਜਿਹੜੇ ਅਸੀਂ ਪਹਿਲਾਂ ਹੀ ਕੰਮ ਕਰ ਦਿੱਤੇ ਹੈ, ਔਰ ਉਸ ਵਾਰਡ ਤੋਂ ਲੋਕਾਂ ਨੂੰ ਹਵਾ ਵੀ ਇਹ ਬੰਦਾ ਕੰਮ ਕਰਨ ਵਾਲਾ, ਲੋਕਾਂ 'ਚ ਮਿਲਣ ਵਰਤਨ ਕਰਨ ਵਾਲਾ ਹੈ ਜੀ। ਤੁਹਾਡਾ ਜੀ ਬਹੁਤ ਸ਼ੁਕਰੀਆ। ਪ੍ਰਮਾਤਮਾ ਕਰੇ ਤੁਸੀਂ ਜਿੱਤ ਕੇ ਆਓ। ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਹੜੀਆਂ ਸਮੱਸਿਆਵਾਂ ਤੁਸੀਂ ਜੌਲੀ ਤੁਸੀਂ ਫ੍ਰੀ ਹੋ? I am Ashok Kapoor, General Secretary, Sunny Enclave Resident Welfare Association for the last 13 year। ਵਾਰਡ ਨੰਬਰ 9, ਵਾਰਡ ਨੰਬਰ 10 ਸਮੱਸਿਆ ਸੀ, ਤੇ ਵਾਰਡ ਨੰਬਰ 10 ਹਰਿੰਦਰਪਾਲ ਸਿੰਘ ਜੀ ਜੌਲੀ ਖੜੇ ਆ ਇਸ ਵੇਲੇ,
ਹਾਲੇ ਡਿਕਲੇਅਰ ਨਹੀਂ ਕੀਤਾ, ਨੋਟੀਫਿਕੇਸ਼ਨ ਹੀ ਹੋਇਆ, ਪਰ ਫਿਰ ਵੀ ਇਹਨਾਂ ਨੇ 2 ਮਹੀਨੇ ਤੋਂ ਲੱਗ ਕੇ ਜਿੰਨੀ ਇਸ ਵਾਰਡ ਦੀ ਸੇਵਾ ਕਰ ਸਕਦੇ ਸੀ ਮੈਕਸਿਮਮ ਕੀਤੀ ਹੈ। ਸਾਰੇ ਰੈਜ਼ੀਡੈਂਟਸ ਇਹਨਾਂ ਦੇ ਕੰਮ ਤੋਂ ਖੁਸ਼ ਹੈ ਤੇ ਸਾਰੇ ਰੈਜ਼ੀਡੈਂਟ ਇਹਨਾਂ ਨੂੰ ਚਾਹੁੰਦੇ ਆ ਕਿ ਐਮਸੀ ਬਣਨ। ਹਾਂਜੀ, ਤੇ ਜਿੰਨੀਆਂ ਸਮੱਸਿਆ ਸੀ ਜਿਹੜੀ 5 ਸਾਲਾਂ 'ਚ ਹੱਲ ਨਹੀਂ ਹੋਈਆਂ ਉਹ ਇਹਨਾਂ ਨੇ 2 ਮਹੀਨੇ 'ਚ ਹੱਲ ਕਰਾਤੀਆਂ ਆਪਣੇ ਕਿਉਂਕਿ ਨੋਟੀਫਿਕੇਸ਼ਨ ਹੁਣ ਬਹੁਤ ਜਲਦੀ ਜਾਰੀ ਆ ਤੇ ਉਹਨਾਂ ਨੇ ਉਸ ਤੋਂ ਪਹਿਲਾਂ ਇਹ ਸਾਰੇ ਕੰਮ ਕਰਵਾ ਦਿੱਤੇ ਆ। ਲੋਕੀ ਸਾਰੇ ਇਹਨਾਂ ਦੇ ਖੁਸ਼ ਆ। ਉਹ ਮਤਲਬ ਕਿ ਇਸ ਤੋਂ ਨੋਟੀਫਿਕੇਸ਼ਨ ਤੋਂ ਪਹਿਲਾਂ ਲੋਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਇਕੱਠ ਜਿਹਾ ਕੀਤਾ ਹੈ ਲੋਕਾਂ ਦਾ ਧੰਨਵਾਦ ਕਰਨ ਲਈ। ਤੇ ਜਿਹੜੇ ਕੰਮ ਦੇਖੋ ਕਦੀ ਲਾਈਟ ਨਹੀਂ ਇੱਥੇ ਹੈਗੀ ਸੀ, ਆਪਣਾ ਪਾਰਕ ਸਾਫ਼ ਨਹੀਂ ਹੈਗੇ ਸੀ, ਬੈਂਚ ਨਹੀਂ ਹੈਗੇ ਸੀ, ਉਹ ਸਾਰੇ ਕੰਮ ਪਹਿਲਾਂ ਹੀ ਹੋ ਚੁੱਕੇ ਆ। ਅਸੀਂ ਜੌਲੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਆ, ਇਹ ਨਾ ਹੋਵੇ ਕਿ ਤੁਸੀਂ ਜਿੱਤਣ ਤੋਂ ਬਾਅਦ ਫਿਰ ਤੁਹਾਨੂੰ ਦਰਸ਼ਨ ਨਾ ਦਿਓ। ਜਿਸ ਤਰ੍ਹਾਂ ਤੁਸੀਂ ਹੁਣ ਕੰਮ ਕੀਤਾ ਇੱਦਾਂ ਹੀ 5 ਸਾਲ ਕੰਮ ਕਰਨਾ, ਤਾਂ ਹੀ ਤੁਹਾਨੂੰ ਅਗਲੀ ਵਾਰੀ ਸੇਵਾ ਕਰਨ ਦਾ ਮੌਕਾ ਮਿਲੂਗਾ। मैं तो ये कहना चाहना जी जौहरी साहब जब बंदा नाइस बंदा कोई नहीं होना, जिस तरीके ਨਾਲ ਉਹਨਾਂ ਨੇ ਕੰਮ ਕੀਤਾ ਮੋਟਰ ਨੂੰ ਅਪੀਲ ਕਰਨਾ ਚਾਹੁੰਦਾ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ, ਮਿਹਰਬਾਨੀ ਕਰਕੇ ਵੋਟ ਇਹਨਾਂ ਨੂੰ ਪਾਓ ਔਰ 5 ਸਾਲ ਵਾਸਤੇ ਸਾਡੇ ਵਾਸਤੇ ਉਹ ਖੜਾ ਰਹਿਣ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਆਪਣੇ ਵਾਰਡ ਨੰਬਰ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਕੰਮ ਹੈ ਉਹ ਬੰਦੇ ਦਾ ਕੰਮ ਦਿਖਦਾ ਔਰ ਬੰਦੇ ਦੇ ਕੰਮ ਨੂੰ ਪਿਆਰ ਕਰਨਾ ਚਾਹੀਦਾ, ਨਾ ਉਹਦੇ ਚੰਮ ਨੂੰ ਪਿਆਰ ਕਰਨਾ ਚਾਹੀਦਾ। ਇਸ ਕਰਕੇ ਅਸੀਂ ਇਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਜੌਲੀ ਸਾਹਿਬ ਨੇ ਇੱਕ ਇਲੈਕਸ਼ਨ ਤੋਂ ਬਗੈਰ ਇਲੈਕਟਡ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਹਨ ਜਿਹਦਾ ਕਿ ਮੇਰੇ ਕੋਲ ਆਪਣਾ ਸਬੂਤ ਹੈ ਕਿ ਸਾਡੇ ਸਾਹਮਣੇ ਜਿਹੜਾ ਐਕਸਟੈਂਸ਼ਨ 1104 ਨੰਬਰ ਦੇ ਜਿਹੜਾ ਪਾਰਕ ਸੀਗਾ ਉਹ ਪਾਰਕ ਦੇ ਵਿੱਚ ਗੋਡੇ ਘਾਹ ਖੜਿਆ ਰਹਿੰਦਾ ਸੀਗਾ। ਰਾਤੀ ਕੋਈ ਬੰਦਾ ਖੜ ਜਾਂਦਾ ਸੀ, ਉਹਦਾ ਪਤਾ ਨਹੀਂ ਲੱਗਦਾ ਬੰਦਾ ਖੜਿਆ ਕਿ ਨਹੀਂ ਖੜਾ। ਤੇ ਇਹਨਾਂ ਦੇ ਮਿਸੀ ਇੱਕ ਵਾਰੀ ਆਏ, ਅਸੀਂ ਉਹਨਾਂ ਇੱਕ ਰਿਕੁਐਸਟ ਕੀਤੀ, ਦੇਖੋ ਠੀਕ ਹੈ ਅਸੀਂ ਵੋਟਾਂ ਸਭ ਨੂੰ ਪਾਵਾਂਗੇ ਜਿਹੜਾ ਸਾਡੇ ਕੰਮ ਨੂੰ ਪਹਿਲਾਂ ਤਰਜੀਹ ਦੇਗਾ। ਇਹਨਾਂ ਕਹਿ ਤੂੰ ਦੱਸੋ ਜੀ ਅਗਲੇ ਦਿਨ ਤੁਹਾਡੇ ਬੰਦਾ ਭੇਜ ਦੇਣਾ। ਔਰ ਇਹ ਸੱਚਾਈ ਹੈ ਕਿ ਉਸ ਪਾਰਕ ਦੀ ਹੁਣ ਜਿਹੜੀ ਨੁਹਾਰ ਹੈ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ, ਉਹ ਬਹੁਤ ਵਧੀਆ ਉੱਥੇ ਸਫਾਈ ਹੋ ਚੁੱਕੀ ਹੈ, ਬੈਂਚ ਲੱਗ ਚੁੱਕੇ ਹਨ ਔਰ ਲਾਈਟ ਦਾ ਵੀ ਐਸਾ ਪ੍ਰਬੰਧ ਹੋਇਆ ਕਿ ਜਿਹੜੇ ਬੰਦੇ ਲਾਗੇ ਤੋਂ ਵੀ ਆ ਕੇ ਦੇਖਦੇ ਨੇ ਯਾਰ ਸਾਨੂੰ ਦੱਸੋ ਵੀ ਕਿੱਥੋਂ ਕਰਨਗੇ। ਤਾਂ ਅਸੀਂ ਸਾਰੇ ਵੋਟਰਾਂ ਦੇ ਪਰ ਜਿਹਦਾ ਕਹਿੰਦੇ ਹਨ ਵੀ ਜਿਹਦਾ ਖਾਈਏ ਉਹਦਾ ਗਾਈਏ। ਇਸ ਕਰਕੇ ਕੰਮ ਨੂੰ ਦੇਖਦੇ ਹੋ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ, ਮੈਂ ਤਾਂ ਉਮੀਦ ਕਰਾਂਗਾ। ਥੈਂਕ ਯੂ। ਮੈਂ BK ਸ਼ਰਮਾ ਜੀ, ਮੈਂ ਜੌਲੀ ਸਾਹਿਬ ਦੇ ਨਾਲ ਤਕਰੀਬਨ 2 ਮਹੀਨੇ ਤੋਂ ਲੱਗਿਆ ਹੋਇਆ। ਜਿੰਨੇ ਪਾਰਕ ਹੈ 10 ਨੰਬਰ ਵਾਰਡ ਦੇ, ਇਹਨਾਂ ਦੇ ਵਿੱਚ ਜਿੰਨੀ ਲਾਈਟ ਦਾ ਕੰਮ ਹੋਇਆ ਮੇਰੇ ਹੱਥੀਂ ਹੋਇਆ ਜੀ। ਜਿੰਨਾ ਬੈਂਚ ਲੱਗੇ ਹੈ, ਪੇਂਟ ਹੋਇਆ ਹੈ। ਇਸ ਤੋਂ ਇਲਾਵਾ ਜਿਹੜੇ ਪਲਾਟ, ਸਾਰੇ ਪਲਾਟਾਂ ਦੇ ਵਿੱਚ ਲੋਕਾਂ ਨੇ ਬਹੁਤ ਗੰਦ ਪਾਇਆ ਵਾ ਸੀਗਾ। 20 ਟਰਾਲੀਆਂ ਇੱਕ ਪਲਾਟ ਦੇ ਵਿੱਚੋਂ ਨਿਕਲੀਆਂ, ਜਿਹੜਾ ਕਿ ਮੈਂ 25 ਪਲਾਟ ਦਾ ਮੈਂ ਕੋਲ ਖੜ ਕੇ ਇਹਨਾਂ ਦੇ ਕੋਲ ਆਇਆ। ਜੌਲੀ ਸਾਹਿਬ ਇੱਕ ਐਸੇ ਇਨਸਾਨ ਹੈ, ਇਹਨਾਂ ਨੂੰ ਇੱਕ ਫੋਨ ਮਾਰੋ ਜਦੇ ਆ ਜਾਂਦੇ ਹੈ। ਜਿੰਨੇ ਵੀ ਪਾਰਕ ਹੈ ਸਾਰੇ ਹੀ 10 ਨੰਬਰ ਵਾਰਡ ਦੇ ਸਾਰੇ ਪਾਰਕਾਂ ਦੀ ਨੁਹਾਰ ਦੇਖੋ ਅੱਜ ਤੁਸੀਂ। ਹੋ ਸਕਦਾ ਵੀ ਮੇਰਾ ਖਿਆਲ ਹੈ ਵੀ MC ਬਣੇ ਤੇ ਵੀ ਕੋਈ ਇੰਨਾ ਕੰਮ ਨਹੀਂ ਕਰਦਾ ਜਿੰਨਾ ਕਿ ਇਹ ਕਰ ਚੁੱਕੇ ਹੈ। ਅਸੀਂ ਇਹਨਾਂ ਨੂੰ ਅੱਗੇ ਨੂੰ ਵੀ ਇਹੀ ਕਰਦੇ ਹਾਂ ਵੀ ਜਿਸ ਤਰ੍ਹਾਂ ਹੁਣ ਤੁਸੀਂ ਇੱਕ ਆਵਾਜ਼ ਮਾਰਨ ਤੇ ਆਉਨੇ, ਐਸੇ ਤਰ੍ਹਾਂ ਸਾਰੇ ਰੈਜ਼ੀਡੈਂਸ਼ਲਾਂ ਦਾ ਕੰਮ ਕਰੋ। ਵਾਰਡ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਵਾਰਡ ਦੇ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਦੇਖੋ, ਜਿਸ ਬੰਦੇ ਨੇ ਬਿਨਾਂ ਕਿਸੇ ਉਹ ਤੋਂ ਹਾਲੇ ਇੰਨਾ ਪੈਸਾ ਲਾ ਕੇ ਇੰਨਾ ਕੰਮ ਕਰਾਇਆ ਹੈ, ਸਾਡਾ ਜ਼ਮੀਰ ਜਾਗਣਾ ਚਾਹੀਦਾ। ਜਿਹੜੇ ਬੰਦੇ ਨੇ ਕੰਮ ਕਰਾਇਆ ਉਹਨੂੰ ਵੋਟ ਪਾਉਣੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਸਾਰੇ ਵੋਟਰਾਂ ਦੇ ਨਾਲ ਅਸੀਂ ਹੋਰ ਵੀ ਗੱਲ ਕਰਾਂਗੇ ਔਰ ਹਲਕੇ ਦੇ ਵਿਕਾਸ ਦੀ ਡਿਵੈਲਪਮੈਂਟ ਦੀ ਆਪਾਂ ਗੱਲ ਕਰਾਂਗੇ। ਜਿੱਥੋਂ ਤੱਕ ਹੁੰਦਾ ਕੀ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਹੈਗੇ ਨੇ ਹਰ ਲੀਡਰ ਮੈਦਾਨ ਵਿੱਚ, ਹੋਰ ਬਹੁਤ ਸਾਰੇ ਜਿਹੜੇ ਨੇਤਾ ਨੇ ਜਿਹੜੇ MC ਇਲੈਕਸ਼ਨ ਦੇ ਵਿੱਚ ਮੈਦਾਨ ਵਿੱਚ ਨੇ। ਹੁਣ ਵੇਖਣਾ ਇਹ ਕਿ ਬਾਜੀ ਕੌਣ ਮਾਰਦਾ ਹੈ। ਕੈਮਰਾਮੈਨ ਅਰਮਾਨ ਦੇ ਨਾਲ ਕੁਲਵੰਤ ਸਿੰਘ, ਨਿਊਜ਼ ਪ੍ਰਾਈਮ। ਇਸ ਸਮੇਂ ਆਪਾਂ ਵਾਰਡ ਨੰਬਰ 10 ਦੇ ਵਿੱਚ ਖੜੇ ਹਾਂ ਔਰ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਪੂਰੇ ਸਰਗਰਮੀ 'ਚ, ਬੇਸ਼ੱਕ ਚੋਣਾਂ ਥੋੜ੍ਹੀਆਂ ਜਿਹੀਆਂ ਲੇਟ ਨੇ ਪਰ ਫਿਰ ਵੀ ਨੋਮੀਨੇਸ਼ਨ ਜਿਹੜੇ ਭਰੇ ਜਾ ਰਹੇ ਨੇ। ਲੇਕਿਨ ਇੱਥੇ ਵਾਰਡ ਨੰਬਰ 10 ਤੋਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੌਲੀ ਜੀ ਮੈਦਾਨ ਵਿੱਚ ਨੇ ਜਿਹੜੇ ਕਿ XMCC ਨਿਊ ਸਨੀ ਇਨਕਲੇਵ ਦੇ। ਆਪਾਂ ਇੱਥੋਂ ਦੇ ਬਸ਼ਿੰਦਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੀਆਂ ਪ੍ਰੋਬਲਮਸ ਉਹ ਫੇਸ ਕਰ ਰਹੇ ਨੇ। ਅੱਛਾ, ਆਪਾਂ 10 ਨੰਬਰ ਵਾਰਡ ਦੀ ਗੱਲ ਕਰੀਏ, ਸਨੀ ਇਨਕਲੇਵ ਦੀ, ਕਿਹੜੀਆਂ ਸਮੱਸਿਆਵਾਂ ਫੇਸ ਕਰ ਰਹੇ ਆ? ਵੀਰ ਜੀ, ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਪਾਣੀ ਦੀ ਪ੍ਰੋਬਲਮ ਆਉਣੀ ਸ਼ੁਰੂ ਹੋਈ ਸੀਗੀ। ਫਿਰ ਜੇ ਮੈਂ ਪ੍ਰੋਬਲਮਸ ਦੀ ਪਹਿਲਾਂ ਗੱਲ ਕਰਾਂ, ਪਾਣੀ ਦੀ ਪ੍ਰੋਬਲਮ ਆਉਣੀ ਸ਼ੁਰੂ ਹੋਈ ਸੀਗੀ ਜੀ। ਉਸ ਤੋਂ ਬਾਅਦ ਦੇਖੋ ਜੀ, ਬਾਜਵਾ ਸਾਹਿਬ ਨੇ ਜਦੋਂ ਕਲੋਨੀ ਕੱਟੀ ਸੀਗੀ ਉਹਨਾਂ ਨੇ ਪਾਰਕਸ ਤਾਂ ਬਹੁਤ ਬਣਾਤੇ ਸੀਗੇ, ਲੇਕਿਨ ਉਹਨਾਂ ਦੀ ਸਾਫ਼ ਸਫਾਈ ਨਹੀਂ ਸੀਗੀ। ਕਈ ਜਗ੍ਹਾ ਸੜਕਾਂ ਵਾਕਈ ਇੰਨੀਆਂ ਟੁੱਟੀਆਂ ਹੋਈਆਂ ਸੀਗੀਆਂ, ਗੰਦਗੀ ਇੰਨੀ ਫੈਲੀ ਹੋਈ ਸੀਗੀ। ਹੁਣ ਹੈਰਾਨਗੀ ਵਾਲੀ ਚੀਜ਼ ਹੈ ਕਿ ਇੰਨੇ ਸਾਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ, ਲੇਕਿਨ ਜਦੋਂ ਜੌਲੀ ਵੀਰ ਜੀ ਨੇ, ਉਹ ਪਹਿਲੇ 11 ਨੰਬਰ ਵਾਰਡ ਸੀਗੇ, ਹੁਣ ਜਦੋਂ ਉਹਨਾਂ ਨੇ ਇੱਥੋਂ ਆਉਣਾ ਸ਼ੁਰੂ ਕੀਤਾ, ਆ ਕੇ ਲੋਕਾਂ ਨੂੰ ਮਿਲੇ, ਆਪਾਂ ਉਹਨਾਂ ਨੂੰ ਦੱਸਿਆ ਕਿ ਵੀ ਇਹ ਚੀਜ਼ਾਂ ਹੈਗੀਆਂ ਨੇ, ਉਹਨਾਂ ਨੇ ਇਲੈਕਸ਼ਨ ਦੀ ਵੇਟ ਨਹੀਂ ਕੀਤੀ।
ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਪਹਿਲਾਂ ਜਿੱਤ ਜਾਵਾਂਗਾ ਜੀ ਉਸ ਤੋਂ ਬਾਅਦ ਕਰਾਂਗਾ। ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ। ਇਹ ਬੰਦੇ ਦਾ ਕੈਰੈਕਟਰ ਦੱਸਦਾ ਹੈ ਜੀ। ਉਹ ਉੱਦਾਂ ਦਾ ਕੈਰੈਕਟਰ ਉਹਨੇ ਸ਼ੋਅ ਕੀਤਾ ਕਿ ਜੇ ਮੈਂ ਜਿੱਤਾਂ ਨਾ ਜਿੱਤਾਂ ਕੀ ਹੋਏਗਾ ਉਹ ਬਾਅਦ ਦੀ ਗੱਲਾਂ ਨੇ, ਲੇਕਿਨ ਮੈਂ ਕੰਮ ਕਰਨ ਆਇਆ, ਮੈਂ ਕੰਮ ਕਰਨਾ ਸ਼ੁਰੂ ਕਰਤਾ। ਹੁਣ ਤੁਸੀਂ ਇਹ ਦੇਖੋ ਉਹਨਾਂ ਨੇ ਸਾਰੇ ਪਾਰਕ ਸਾਫ਼ ਕਰਾਉਣੇ ਸ਼ੁਰੂ ਕਰਾ ਦਿੱਤੇ ਨੇ। ਪਾਣੀ ਦੀ ਵੀ ਜਿਹੜੀ ਸਭ ਤੋਂ ਪਾਣੀ ਦੀ ਆਪਾਂ ਕਹਿੰਦੇ ਕਿੱਲਤ ਹੈ, ਉਹਦੇ ਵਿੱਚ ਵੀ ਹੁਣ ਇੱਕ ਟਿਊਬਵੈਲ ਦਾ ਹੋਇਆ ਸ਼ੁਰੂ ਕੀਤਾ, ਮੇਰੇ ਖਿਆਲ 10-15 ਦਿਨ ਹੀ ਹੋਏ ਨੇ, ਲੇਕਿਨ ਉਹ ਵੀ ਉਹਨਾਂ ਨੇ ਸ਼ੁਰੂ ਕਰਵਾਇਆ। ਉਹਨਾਂ ਨੇ ਕੰਮ ਅੱਗੇ ਹੋ ਕੇ ਕੰਮ ਕਰਵਾਇਆ। ਹੁਣ ਜੇ ਇਹ ਚੀਜ਼ਾਂ ਜਿਹੜੀ ਸਾਨੂੰ ਦਿੱਕਤਾਂ ਦੇ ਰਹੀਆਂ ਸੀਗੀਆਂ, ਤੇ ਆਪਾਂ ਤਾਂ ਜੌਲੀ ਵੀਰ ਜੀ ਨਾਲ ਖੜੇ ਹਾਂ ਔਰ ਦਿਲ ਖੋਲ ਕੇ ਉਹਨਾਂ ਨਾਲ ਖੜੇ ਹਾਂ ਜੀ। ਇਹ ਸਿਚੁਏਸ਼ਨ ਹੈਗੀ ਹੈ ਜਿਹਦੇ ਕਰਕੇ ਆਪਾਂ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਇਹ ਕਰਦਾ ਜੀ, ਆਪਾਂ ਦੇਖੋ ਜੀ ਜਦੋਂ ਆਪਾਂ ਗੱਲ ਕਰਦੇ ਹਾਂ MC ਇਲੈਕਸ਼ਨਸ ਦੀਆਂ, ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਸਾਡੇ ਨਾਲ ਖੜ ਸਕੇ। ਸਾਨੂੰ ਉਹ ਬੰਦਾ ਚਾਹੀਦਾ ਸਾਨੂੰ ਜਦੋਂ ਕੋਈ ਦੁੱਖ ਤਕਲੀਫ ਹੋਏ ਸਾਨੂੰ ਮਿਲੇ। ਇਹ ਨਾ ਹੋਏ ਕਿ ਆਪਾਂ ਉਹਨੂੰ ਦੇਖਣ ਨੂੰ ਤਰਸ ਜਾਈਏ। ਔਰ ਜਿਹੜੇ ਵਾਰਡ ਨੰਬਰ 10 ਦੇ ਹੋਣਗੇ ਸਾਰੇ ਵਸਨੀਕ ਹੈਗੇ ਨੇ, ਉਹ ਸਾਰੇ ਸਮਝਦੇ ਨੇ ਮੈਂ ਕੀ ਕਹਿ ਰਿਹਾ। ਤੇ ਇਹ ਜੌਲੀ ਵੀਰ ਜੀ ਜਿਹੜੇ ਹੁਣ ਸਾਨੂੰ ਮਿਲ ਰਹੇ ਨੇ, ਸਾਡੇ ਨਾਲ ਗੱਲਾਂ ਕਰ ਰਹੇ ਨੇ, ਸਾਡੀ ਪ੍ਰੋਬਲਮਸ ਨੂੰ ਸੌਰਟ ਆਊਟ ਕਰ ਰਹੇ ਨੇ, ਜੋ ਹੁਣ ਕਰ ਰਹੇ ਨੇ, ਤੇ ਅੱਗੇ ਸੋਚੋ ਕਿੰਨਾ ਕੁਝ ਕਰਨਗੇ। ਤੁਸੀਂ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹਾਂਗੀ, ਜਿਵੇਂ ਹਰਪ੍ਰੀਤ ਜੀ ਨੇ ਦੱਸਿਆ ਹੈ ਕਿ ਜੌਲੀ ਜੀ ਅੱਗੇ ਹੋ ਕੇ ਸਾਰੇ ਕੰਮ ਕਰ ਰਹੇ ਨੇ। ਬਹੁਤ ਘੱਟ MC ਇਸ ਤਰ੍ਹਾਂ ਦੇ ਦੇਖੇ ਨੇ ਕਿ ਜਿਹੜੇ ਇਲੈਕਸ਼ਨਸ ਤੋਂ ਪਹਿਲਾਂ ਮਤਲਬ ਲੋਕਾਂ ਦੀਆਂ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਵਾਕਈ ਕੰਪਲੀਟ ਕਰਦੇ ਨੇ। ਨਹੀਂ ਤਾਂ ਅਦਰਵਾਈਜ਼ ਆਪਾਂ ਲੋਕਾਂ ਨੂੰ ਵਾਅਦੇ ਕਰਦੇ ਹੀ ਸੁਣਿਆ, ਵਾਅਦਿਆਂ ਤੋਂ ਬਾਅਦ ਸਭ ਮੁੱਕਰਦੇ ਸੁਣੇ ਨੇ, ਅਦਰਵਾਈਜ਼ ਕੰਮ ਕਿਸੇ ਨੇ ਨਹੀਂ ਕੀਤੇ। ਮੋਸਟਲੀ ਕਿਸੇ ਜਿੱਤਣ ਤੋਂ ਪਹਿਲਾਂ ਸਾਰੇ ਲੀਡਰ ਨੇੜੇ ਹੁੰਦੇ ਨੇ, ਬਾਅਦ 'ਚ ਫਰਾਰ ਹੋ ਜਾਂਦੇ ਨੇ। ਜੌਲੀ ਜੀ ਬਾਰੇ ਕੀ ਸਮਝਦੇ? ਜਿੰਨਾ ਕੁ ਮੈਂ ਜੌਲੀ ਜੀ ਨੂੰ ਜਾਣਦੀ ਹਾਂ ਜਾਂ ਵਾਰਡ ਵਾਲੇ ਜਿੰਨਾ ਕੁ ਜੌਲੀ ਜੀ ਨੂੰ ਜਾਣਦੇ ਨੇ, ਜੌਲੀ ਜੀ ਦੀ ਨੇਚਰ ਇਸ ਤਰ੍ਹਾਂ ਦੀ ਨਹੀਂ ਹੈ, ਕਿਉਂਕਿ ਜੇ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਤਾਂ ਉਹ ਵਾਰਡ ਦੇ ਕੰਮਾਂ ਵਿੱਚ ਕਦੇ ਵੀ ਅੱਗੇ ਨਾ ਆਉਂਦੇ। ਵੋਟਰਾਂ ਨੂੰ ਕੀ ਅਪੀਲ ਕਰਦੇ? ਵੋਟਰਾਂ ਨੂੰ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਜੌਲੀ ਜੀ ਦਾ ਪੂਰਾ ਸਾਥ ਦੇਣ, ਕਿਉਂਕਿ ਆਪਣੇ ਵਾਰਡ ਦੇ ਵਿੱਚ 10 ਨੰਬਰ ਵਾਰਡ ਦੇ ਵਿੱਚ ਅਸੀਂ ਪਹਿਲੀ ਵਾਰੀ ਜੋ ਕੰਮ ਹੋਏ ਨੇ, ਇਹ ਵਾਲੇ ਕੰਮ ਇਹ ਅਸੀਂ ਕਦੇ ਆਪਣੇ ਦੇਖੇ ਨਹੀਂ ਹਨ ਜਿੰਨੀ ਸਾਲਾਂ ਤੋਂ ਅਸੀਂ ਰਹਿ ਰਹੇ ਹਾਂ। ਤੇ ਇਹੀ ਅਪੀਲ ਹੈ ਜੌਲੀ ਜੀ ਨੂੰ ਵੋਟ ਪਾ ਕੇ ਜਿਤਾਉਣ। ਬਿਲਕੁਲ ਜੀ, ਸਾਰੀ ਆਵਾਮ ਨਾਲ ਹੈ ਸਨੀ ਇਨਕਲੇਵ ਦੀ, ਤਾਂ ਜੌਲੀ ਜੀ ਜ਼ਰੂਰ ਜਿੱਤਣਗੇ। ਜੋ ਸਤਿ ਸ੍ਰੀ ਅਕਾਲ ਬਾਈ ਜੀ, ਹੋਰ ਕਿਸੇ ਨੇ ਜੇ ਗੱਲ ਕਰਨੀ ਹੈ ਮੇਰੇ ਨਾਲ ਕਰ ਸਕਦਾ, ਆਪਣੇ ਜਿਹੜੀ ਹੈਗੇ ਆ ਉਹ ਕਰ ਸਕਦਾ। ਸੋ ਵਾਰਡ ਨੰਬਰ 10 ਦੇ ਵਿੱਚ ਇਸ ਤਰ੍ਹਾਂ ਦੇ ਜਿਹੜਾ ਹੌਸਲਾ ਹੈ, ਹੁਨਰ ਹੈ, ਜਾਂ ਵਾਰਡ ਨੰਬਰ 10 ਦੀ ਜਿਹੜੀ ਡਿਵੈਲਪਮੈਂਟ ਹੈ ਉਹ ਰੈਗੂਲਰ ਚੱਲ ਰਹੀ ਹੈ, ਇਲੈਕਸ਼ਨ ਤੋਂ ਪਹਿਲਾਂ ਹੀ ਚੱਲ ਰਹੀ ਹੈ। ਹਜੇ ਜੌਲੀ ਜੀ ਜਿੱਤ ਹਜੇ ਹੋਣੀ ਹੈ, ਲੇਕਿਨ ਇਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਰੈਗੂਲਰ ਚੱਲਦੀ ਰਹੇ, ਇਸੇ ਗੱਲ ਦੀ ਆਪਾਂ ਆਸ ਬੰਦ ਹੈ। ਇਸੇ ਕਰਕੇ ਵੋਟਰ ਸਪੋਰਟਰ ਆਪਣੇ ਨਾਲ ਖੜਦੇ ਨੇ। ਜਦੋਂ ਮੈਂ ਖਬਰ ਕਰਨ ਆਇਆ ਸੀ ਮੈਨੂੰ ਨਾ ਨਿੱਕੇ ਬੱਚੇ ਮਿਲ ਗਏ, ਉਹ ਕਹਿੰਦੇ ਤੁਸੀਂ ਵੱਡਿਆਂ ਨਾਲ ਗੱਲਬਾਤ ਕਰ ਰਹੇ ਹੋ, ਛੋਟਿਆਂ ਨਾਲ ਗੱਲਬਾਤ ਨਹੀਂ ਕਰ ਰਹੇ। ਕਿਉਂਕਿ ਗੱਲ ਪਾਰਕਾਂ ਦੀ ਜਦੋਂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਛੋਟਿਆਂ ਦੀ ਗੱਲ ਆਉਂਦੀ ਹੈ। ਛੋਟੇ ਬੱਚੇ ਕਹਿੰਦੇ ਵੀ ਸਾਡੇ ਵਾਸਤੇ ਜਿਹੜੇ ਪਾਰਕ ਬੜੇ ਇੰਪੋਰਟੈਂਟ ਆ, ਅਸੀਂ ਗੱਲ ਕਰਨਾ ਚਾਹੁੰਦੇ ਆ ਵੀ ਉਸ ਬੰਦੇ ਨੂੰ ਵੋਟਾਂ ਪਾਇਓ ਜਿਹੜਾ ਬੰਦਾ ਸਾਡੇ ਪਾਰਕ ਠੀਕ ਕਰੂਗਾ। सत श्री अकाल। पहले पार्क बहुत, मैं ये कहना चाहता हूँ कि मैं पहले पार्क बहुत छोटा था, यहाँ पर सिर्फ 2 झूले थे, यहाँ पर झूले के पीछे बहुत झगड़े होते थे और बूढ़ों को चलने में बहुत दिक्कत होती थी यहाँ पर जब से जॉली अंकल ने यहाँ पर पैर रखा है तब से यहाँ पर खुशियाँ छा गई हैं। यहाँ पर उन्होंने फुटपाथ बनाया, बेंचेस बनाए और यहाँ पर इतने सारे पौधे वगैरह लगाए। अगर मुझे किसको वोट देना हो तो मैं दूंगा जॉली अंकल को, पर मेरी एक शर्त है, जो आपने इस पार्क में खुशियाँ लाए हैं वही आप हर नए पार्क में खुशियाँ लाएं। देखिए ये 2 बच्चे कहते भी जॉली ਨੂੰ ਵੋਟਾਂ ਪਾਇਓ, ਨਿੱਕੇ ਨਿੱਕੇ ਬੱਚਿਆਂ ਦੀ ਵੀ ਇਹੀ ਡਿਮਾਂਡ ਹੈ ਕਿ ਜੌਲੀ ਨੂੰ ਵੋਟਾਂ ਪਾਇਓ। ਸੋ ਬਿਲਕੁਲ ਵੋਟਾਂ ਪਾਇਓ ਜੀ, ਮੇਰੀ ਵੋਟ ਵੀ ਇਸੇ ਵਾਰਡ ਦੇ ਵਿੱਚ ਹੈ। ਸਾਡਾ ਪਹਿਲਾ ਪਾਰਕ ਕੀ ਹੁੰਦਾ ਸੀਗਾ ਔਰ ਉਹਨਾਂ ਨੇ ਕੀ ਬਣਾਤਾ, ਆਪ ਸਾਡਾ ਦੇਖ ਸਕਦੇ ਹੋ ਪਾਰਕ ਜਾ ਕੇ। ਉੱਥੇ ਉਹਨਾਂ ਨੇ ਇੰਨੇ ਸਾਰੇ ਪੌਦੇ ਲਗਾਏ, ਝੂਲੇ ਵੀ ਇੰਨੇ ਸਾਰੇ ਲਗਾਏ ਹੈ ਔਰ ਨਾਲੇ ਨਾ ਪਹਿਲਾਂ ਘਾਹ ਇੰਨੇ ਉਗਦੇ ਸੀਗੇ, ਮਤਲਬ ਤੁਹਾਡਾ ਮਨ ਨਹੀਂ ਕਰਦਾ ਸੀਗਾ। ਹੁਣ ਜੇ ਤਾਂ ਅਸੀਂ ਪਾਰਕ ਦੇ ਅੰਦਰ ਇੱਕ ਵਾਰੀ ਜਾਂਦੇ ਆ ਨਾ ਤਾਂ ਫਿਰ ਸਾਨੂੰ ਵਾਪਸ ਆਉਣ ਦਾ ਮਨ ਨਹੀਂ ਕਰਦਾ। साडा वोट हमेशा जॉली साहब नू है। थैंक यू। जॉली अंकल ने इस पार्क को साफ कराया है और अब यहाँ पे बूढ़ों को चलने में दिक्कत नहीं होती। बच्चे भज रहे हैं, लेकिन एक गल है, बच्चे बड़े हुनर बनते हैं। बच्चे यही गल कह रहे हैं कि वोटां जिहड़ियां हैगियां वो जॉली साहब नू पाओ वार्ड नंबर 10 तो। वाहिगुरू जी का खालसा, श्री वाहिगुरू जी की फतेह। एक मिनटों वापस समा हो गया मैनू दिल्ली के बॉर्डर के किसान अंदोलन में रिकॉर्ड कर दिया, पर BBC न्यूज़
ਇਸ ਸਮੇਂ ਸਭ ਤੋਂ ਮੋਹਰੀ ਚੈਨਲ ਜਿਹੜਾ ਹੈਗਾ ਉੱਪਰ ਕੇ ਸਾਹਮਣੇ ਆਇਆ ਉਹ ਸਮਾਂ ਸੀ ਕਿ BBC ਲੰਡਨ ਮੈਂ ਲਾਣੀ ਹੈ ਮੈਂ ਸ਼ਾਰਟ ਲੈਣਾ ਬੋਲਦਾ ਤਾਂ ਕੋਈ ਵਧੀਆ ਸ਼ਾਰਟ ਜੇ ਬੋਲੂਗਾ ਜੋਨੀ ਦੇ ਪ੍ਰਤੀ ਉਹਨੂੰ ਵੇਖਦਾ ਖਬਰਾਂ ਦੇ ਮੂਹਰੇ ਲਾਣਾ ਜਦੋਂ ਗੀਤਾਂ ਦੇ ਵਿੱਚ ਮੇਰੇ ਚੈਨਲ ਦਾ ਜ਼ਿਕਰ ਆਉਂਦਾ ਕਿ BBC ਤੇ ਝੋਟੇ ਸ਼ਾਇਦ ਮੈਨੂੰ ਤਾਂ ਬੜੀ ਖੁਸ਼ੀ ਮਿਲਦੀ ਹੈ, ਬੜਾ ਆਨੰਦ ਆਉਂਦਾ ਹੈ। ਪਰ ਜਦੋਂ ਦਿੱਲੀ ਦੇ ਉਸ ਅੰਦੋਲਨ ਦੇ ਵਿੱਚ ਜਦੋਂ ਬਾਕੀ ਨੈਸ਼ਨਲ ਮੀਡੀਆ ਨੂੰ ਲੋਕ ਗਾਲਾਂ ਕੱਢਦੇ ਔਰ ਸਾਨੂੰ ਲੋਕ ਜੱਫੀਆਂ ਪਾਉਂਦੇ ਨੇ, ਅੱਧੀ ਰਾਤ ਤੱਕ ਸਾਡਾ ਇਸਤਕਬਾਲ ਕਰਦੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਮਹੀਨੇ ਕੁ ਬਾਅਦ ਜਦੋਂ ਮੈਂ ਆਪਣੇ ਘਰ ਪਰਤਿਆ ਤਾਂ ਮੈਂ ਆਪਣੇ ਘਰ ਦੇ ਨੂੰ ਕਿਹਾ, ਮੈਂ ਕਿਹਾ ਯਾਰ ਪਾਰਕ ਬੜੇ ਸੋਹਣੇ ਸੋਹਣੇ ਟੇਬਲ ਵੀ ਲੱਗੇ, ਘਾਹ ਵੀ ਕੱਟਿਆ ਗਿਆ, ਵੀ ਕਾਰਨ ਕੀ ਹੈ? ਵੀ ਹਲੇ ਤਾਂ ਕੋਈ ਇਲੈਕਸ਼ਨ ਹੈ ਨਹੀਂ। ਉਹ ਕਹਿੰਦੀ ਵੀ ਜੌਲੀ ਨਾਂ ਦੇ ਇੱਕ ਸ਼ਖਸ ਨੇ ਸਾਰਾ ਕੰਮ ਕਰਾਇਆ। ਮੈਂ ਕਿਹਾ ਵੋਟਾਂ ਤੋਂ ਪਹਿਲੇ? ਉਹ ਕਹਿੰਦੀ ਹਾਂ ਜੀ ਵੋਟਾਂ ਤੋਂ ਪਹਿਲਾਂ ਕਰਦਾ। ਜੌਲੀ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਸਾਡੇ ਪਾਰਕ ਬੇਸਿਕ ਨੀਡ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਜਿਹੜੇ ਬਾਪ ਨੇ, ਉਹ ਇੱਥੇ ਪਾਰਕਾਂ ਦੇ ਵਿੱਚ ਬੈਠਦੇ ਨੇ। ਪਾਰਕਾਂ ਦੀ ਨੁਹਾਰ ਹੋਣੀ ਬਹੁਤ ਅੱਛੀ ਹੈ। ਕਹਿੰਦੇ ਜਦੋਂ ਘਰ ਦਾ ਆਲਾ ਦੁਆਲਾ ਅੱਛਾ ਨਾ ਹੋਵੇ, ਮਾਹੌਲ ਅੱਛਾ ਨਾ ਹੋਵੇ ਤਾਂ ਘਰ ਦੀ ਦੇਣੀ ਚੜ੍ਹਨ ਨੂੰ ਜੀ ਨਹੀਂ ਕਰਦਾ। ਪਰ ਜੇ ਪਾਰਕ ਵਧੀਆ ਹੋਣ ਤਾਂ ਘਰ ਦੀ ਦਹਲੀਜ਼, ਘਰ ਦੀ ਦੇਣੀ ਚੜ੍ਹਨ ਨੂੰ ਹਮੇਸ਼ਾ ਜੀ ਕਰਦਾ ਹੈ ਵੀ ਸਾਡੀ ਕੋਠੀ ਨੰਬਰ ਇੰਨਾ ਹੈ, ਉਹ ਵਾਰਡ ਨੰਬਰ ਇੰਨਾ, ਤੁਸੀਂ ਆ ਜਾਓ, ਸਾਡਾ ਬਹੁਤ ਵਧੀਆ ਪ੍ਰਬੰਧ ਹੈ। ਔਰ ਜਦੋਂ ਕੋਈ ਰਿਸ਼ਤੇਦਾਰ ਮਿਲਣ ਕੇ ਆਉਂਦਾ ਤਾਂ ਉਹ ਵੀ ਇਹ ਸੋਚਦਾ ਵੀ ਵਾਕਈ ਯਾਰ ਵੀ ਇਹਦਾ ਮੈਨੇਜਮੈਂਟ ਬਹੁਤ ਵਧੀਆ ਹੈ, ਇਹਦਾ ਪ੍ਰਬੰਧ ਹੀ ਬੜੇ ਅੱਛੇ ਨੇ। ਸੋ ਜੌਲੀ ਜੀ ਵਧਾਈ ਦੇ ਪਾਤਰ ਨੇ, ਇਹਨਾਂ ਦਾ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ। ਬੜਾ ਵਾਈਡ ਤਜਰਬਾ ਇਹਨਾਂ ਦਾ। ਮੈਨੂੰ ਸਿੰਘੂ ਬਾਰਡਰ ਤੇ ਵੀ ਬੋਲਣ ਦਾ ਮੌਕਾ ਮਿਲਿਆ, ਟਿੱਕਰੀ ਤੇ ਵੀ ਬੋਲਣ ਦਾ ਮੌਕਾ ਮਿਲਿਆ। ਮੈਨੂੰ ਚੜ੍ਹਾਉਣ ਦੇ ਕਈ ਵਾਰੀ ਦੋ ਮਿਲਦਾ, ਉੱਥੇ ਸਮਾਂ ਘੱਟ ਹੀ ਹੈ, 2 ਜਾਂ 3 ਮਿੰਟ ਮਿਲਦੇ ਨੇ। ਮੈਂ ਉੱਥੇ ਵੀ ਇਹੀ ਗੱਲ ਕਹਿਣਾ ਹੁੰਦਾ ਕਿ ਹੁਣ ਸਮਾਂ ਜਿਹੜਾ ਹੈ ਬਦਲਾਅ ਦਾ ਆ ਗਿਆ। ਹੁਣ ਚੋਣ ਨਿਸ਼ਾਨ ਉਹ ਪਹਿਲਾਂ ਵਾਲੇ ਨਹੀਂ ਰਹੇ, ਜਿਹਨੂੰ ਆਪਾਂ ਰਵਾਇਤੀ ਚੋਣ ਨਿਸ਼ਾਨ ਕਹਿੰਦੇ ਆ, ਜਿਹਨੂੰ ਆਪਾਂ ਹੁਣ ਤੱਕ ਵੋਟਾਂ ਪਾ ਕੇ ਸਾਨੂੰ ਉਹ ਲੋਕ ਮੂਰਖ ਬਣਾਉਂਦੇ ਆ ਰਹੇ ਨੇ। ਸਾਨੂੰ ਹੁਣ ਬਦਲਾਅ ਲਿਆਉਣਾ ਪਊਗਾ, ਬਹੁਤ ਵੱਡੀ ਕ੍ਰਾਂਤੀ ਆ ਰਹੀ ਹੈ। ਅੱਜ 40 ਲੱਖ ਕਿਸਾਨ ਜਿਹੜਾ ਹੈ ਉਹ ਉੱਥੇ ਦਿੱਲੀ ਦੇ ਬਾਰਡਰਾਂ 'ਤੇ ਬੈਠਾ ਹੈ, ਕੋਈ ਠੰਡ ਵਿੱਚ ਬੈਠਾ ਹੈ, ਕੋਈ ਹੋਟਲਾਂ 'ਚ ਬੈਠਾ ਹੈ, ਕੋਈ ਤੰਬੂ ਲਾਇਆ ਹੈ, ਕੋਈ ਟਰੈਕਟਰ ਟਰਾਲੀਆਂ ਥੱਲੇ ਬੈਠਾ। ਰਾਤ ਨੂੰ 1:30 ਵਜੇ ਵੀ ਅਸੀਂ ਤੰਬੂਆਂ ਦੇ ਵਿੱਚ ਟਰੈਕਟਰ ਟਰਾਲੀਆਂ ਵਿੱਚ ਅਸੀਂ ਇੰਟਰਵਿਊ ਕਰਦੇ ਹਾਂ। ਸਾਨੂੰ ਪਤਾ ਉੱਥੇ ਬਜ਼ੁਰਗਾਂ ਦਾ ਕੀ ਹਾਲ ਹੈ। ਬੇਸ਼ੱਕ ਹੌਸਲੇ ਬੁਲੰਦ ਨੇ, ਲੇਕਿਨ ਠੰਡ ਵਿੱਚ ਇੱਕ ਰਾਤ ਰਹਿਣਾ ਪਏ ਬੰਦਾ ਮਰ ਜਾਂਦਾ। ਕਹਿਣਾ ਸੌਖਾ। 90 ਸਾਲ ਦੇ ਬਜ਼ੁਰਗ ਉੱਥੇ ਉਹ ਦਹਲੀਜ਼ ਦੇ ਉਹਨਾਂ ਦੀਆਂ ਦੁੱਖਾਂ 'ਤੇ ਬੈਠੇ ਨੇ ਦਿੱਲੀ ਦੀ ਹਿੱਕ 'ਤੇ। 90,000 ਟਰੈਕਟਰ ਦੀ ਰੈਲੀ ਜਿਹੜੀ ਆ 7 ਤਰੀਕ ਨੂੰ ਹੋਈ ਹੈ। ਇੱਕ ਪਰੇਡ ਸੀ, ਇੱਕ ਰਿਹਰਸਲ ਦੀ ਵਿਆਹ ਉੱਥੇ ਸੀ। 26 ਨੂੰ ਫੇਰ ਜਿਹੜਾ ਹੈਗਾ ਰੈਲੀ ਹੋਣ ਜਾ ਰਹੀ ਹੈ, ਮਹਾ ਰੈਲੀ ਹੋਣ ਜਾ ਰਹੀ ਹੈ। ਇੱਕ ਵਿਆਹ ਦਾ ਕਾਰਡ ਵੀ ਬੜਾ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ 'ਤੇ, ਜਿਹਨੂੰ ਉਹ ਪੰਜਾਬ ਨੂੰ ਕਰਦੇ ਆ, ਜਿਹਨੂੰ ਉਹ ਕਿਹਾ। ਸੋ ਕਹਿਣ ਦਾ ਮੇਰਾ ਮਤਲਬ ਹੈ ਸੰਘਰਸ਼ ਦੀ ਹੁਣ ਵਿਗਲ ਵੱਧ ਚੁੱਕੀ ਹੈ, ਐਲਾਨੇ ਜੰਗ ਹੋ ਚੁੱਕਿਆ। ਆਪਣੇ ਆਪਣੇ ਘਰਾਂ ਦੇ ਵਿੱਚ ਨਾ ਬੈਠੋ। ਫਿਰ ਕਹਿ ਰਹੇ ਗੱਲ ਚਾਹੇ ਚੋਣਾਂ ਦੀ, ਇੱਥੇ ਇਲੈਕਸ਼ਨ ਦੀ ਗੱਲ ਹੈ, ਇੱਥੇ ਵੀ ਤੁਸੀਂ ਕੌਂਸਲਰ ਤੋਂ ਸਵਾਲ ਕਰੋ ਵੀ ਸਾਡੀ ਆਹ ਡਿਵੈਲਪਮੈਂਟ ਦੇ ਕੰਮ ਨੇ, ਆਹ ਜਿਹੜੇ ਕੰਮ ਹੋਣ ਵਾਲੇ ਨੇ ਔਰ ਇਹ ਕੰਮ ਹੋਣੇ ਨੇ। ਪਰ ਅਪੀਲ ਮੇਰੀ ਇਹੀ ਹੈ ਕਿ ਜਿਸ ਇਨਸਾਨ ਨੇ ਜਿੱਤਣ ਤੋਂ ਪਹਿਲਾਂ ਲੱਖਾਂ ਰੁਪਈਆ ਆਪਣੀ ਜੇਬ ਦੇ ਵਿੱਚੋਂ ਪਾਕਟ ਵਿੱਚ ਖਰਚ ਕਰਦਾ, ਉਹਨੂੰ ਵੋਟਾਂ ਜ਼ਰੂਰ ਪਾਓ। ਮੈਂ ਨਹੀਂ ਗੱਲ ਕਰਦਾ, ਇਮਾਨਦਾਰੀ ਵਰਤਿਓ। ਉਹ ਨਾ ਗੱਲ ਹੋਵੇ ਵੀ ਆਪਾਂ ਖਾਈਏ ਕਿਸੇ ਹੋਰ ਦਾ ਤੇ ਪਵਾਈਏ ਕਿਸੇ ਹੋਰ ਦਾ, ਆਂਡੇ ਕਿਤੇ ਹੋਣ ਤੇ ਗੁੜ ਕਿਤੇ ਹੋਵੇ। ਇਹ 'ਚ ਕੋਈ ਲਾਲਚ ਬਸ ਨਹੀਂ ਹੈ ਵੀ ਜੌਲੀ ਸਾਹਿਬ ਨੇ ਸਾਨੂੰ ਰੋਟੀ ਖਵਾਤੀ, ਜੌਲੀ ਸਾਹਿਬ ਨੇ ਸਾਨੂੰ ਚਾਹ ਪਿਆਤੀ, ਅਸੀਂ ਤਾਂ ਵੋਟ ਪਾਉਣੀ ਹੈ। ਵੋਟ ਤਾਂ ਪਾਉਣੀ ਹੈ ਜੇ ਇਹਨਾਂ ਨੇ ਡਿਵੈਲਪਮੈਂਟ ਕਰਾਈ। ਜੇ ਡਿਵੈਲਪਮੈਂਟ ਨਹੀਂ ਕਰਾਈ ਤਾਂ ਇਹਨਾਂ ਨੂੰ ਫੜ ਲਓ ਬਾਅਦ ਤੋਂ ਵੀ ਲੈ ਕੇ ਚੱਲ ਆਹ ਸਾਡਾ ਕੰਮ ਕਰਾ ਕੇ। ਸੋ ਇਸ ਕਰਕੇ ਮੈਂ ਹਰ ਥਾਂ 'ਤੇ ਅਪੀਲ ਇਹੀ ਕਰਦਾ ਹੁੰਦਾ ਵੀ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਜਿੰਨੇ ਮੇਰੇ ਵੀਰ ਬੈਠੇ ਨੇ, ਤਾਂ ਆਪ ਨਾ ਬੈਠੋ, ਦਿੱਲੀ ਜਾਓ। ਆਪਣੀ ਡਿਊਟੀ ਸਮਝਦੇ ਹੋਏ 2-2 ਬੰਦੇ, 4-4 ਬੰਦੇ, 6-6 ਬੰਦੇ ਦਿੱਲੀ ਜਾ ਕੇ ਇੱਕ ਰਾਤ ਦਾ, ਇੱਕ ਦਿਨ ਦਾ ਸੰਘਰਸ਼ ਉਸ ਯੋਗਦਾਨ ਜ਼ਰੂਰ ਪਾਓ। ਔਰ ਜਿਹਨੇ ਕਦੇ ਲਾਹੌਰ ਨਹੀਂ ਵੇਖਿਆ ਉਹਨੇ ਫਿਰ ਇਹ ਅੰਦੋਲਨ ਨਹੀਂ ਵੇਖਿਆ। ਇਹ ਅੰਦੋਲਨ ਦੇਖਣਾ ਬਹੁਤ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਜਾਓ। ਨਵੇਂ ਸਾਲ ਵਾਲੇ ਦਿਨ ਵੀ ਮੈਂ ਉੱਥੇ ਸੀ, ਔਰ ਨਵੇਂ ਸਾਲ ਵਾਲੇ ਦਿਨ ਲੱਖਾਂ ਫੈਮਲੀਆਂ ਦੇ ਨਾਲ ਅਸੀਂ ਮਿਲੇ, ਵਿਚਰੇ। ਉਹਨਾਂ ਦਾ ਇੱਕੋ ਸੀ ਕਿ ਸਾਡੇ ਬੱਚਿਆਂ ਨੇ ਖੁਦ ਕਿਹਾ ਕਿ ਅਸੀਂ ਨਵੇਂ ਸਾਲ ਨੂੰ ਸ਼ਿਮਲੇ ਨਹੀਂ ਜਾਣਾ, ਡਲਹੌਜੀ ਨਹੀਂ ਜਾਣਾ, ਅਸੀਂ ਕਿਸਾਨੀ ਅੰਦੋਲਨ ਜਾਣਾ। ਕਾਰਨ ਕੀ ਹੈ? ਇਹ ਅੰਦੋਲਨ ਸਾਡਾ ਅੰਦੋਲਨ ਹੈ। ਇਹ ਵੀ ਸਾਡਾ ਅੰਦੋਲਨ ਹੈ ਜਿਹੜਾ ਵਾਰਡ ਨੰਬਰ 10 ਹੈ। ਇਸ ਅੰਦੋਲਨ ਦੇ ਵਿੱਚ ਐ ਸਮਝ ਲਓ ਕਿ ਜੌਨੀ ਜੀ ਮੈਦਾਨ ਵਿੱਚ ਨੇ ਔਰ ਅਸੀਂ ਇਹਨਾਂ ਦੀ ਜਿਹੜਾ ਹਾਂ ਦਾ ਹੋਕਾ ਦੇਣ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ। ਔਰ ਮੇਰੀ ਬੇਨਤੀ ਹੈ, ਇੱਕ ਵਾਰੀ ਮੇਰੇ ਹੱਥ ਬੰਨ੍ਹ ਕੇ ਆਪਣੇ ਬੱਚਿਆਂ ਨੂੰ ਇਸ ਅੰਦੋਲਨ ਬਾਰੇ ਜ਼ਰੂਰ ਦਿਖਾਓ। ਟੀਵੀ ਤੱਕ ਸੀਮਿਤ ਨਾ ਰੱਖੋ, ਟੀਵੀ ਤੱਕ, ਰੇਡੀਓ ਤੱਕ ਸੀਮਿਤ ਨਾ ਰਹੋ। ਆਪਣੇ ਬੱਚਿਆਂ ਨੂੰ, ਆਪਣੀਆਂ ਭੈਣਾਂ ਨੂੰ, ਉੱਥੇ ਇੰਨੀ ਸਿਕਿਉਰਿਟੀ ਹੈ, ਇੰਨੀ ਇੱਜ਼ਤ ਮਾਣ ਆ ਉੱਥੇ ਔਰਤਾਂ ਦਾ ਵੀ ਤੁਸੀਂ ਯਕੀਨ ਮੰਨੋਗੇ ਕਿ ਕੋਈ ਬੰਦਾ ਉੱਥੇ ਭੈਣ ਤੋਂ ਉੱਪਰ, ਵੀਰ ਤੋਂ ਬਿਨਾਂ ਗੱਲ ਨਹੀਂ ਕਰਦਾ। ਇੰਨਾ ਵਧੀਆ ਮਿਲ ਵਰਤਨ ਤੁਸੀਂ ਜਾ ਕੇ ਦੇਖੋ। ਤੁਸੀਂ ਇਹ ਨਾ ਸੋਚੋ ਕਿ ਅਸੀਂ ਆਪਣੀਆਂ ਜਨਾਨੀਆਂ ਲੈ ਕੇ ਪਤਾ ਨਹੀਂ ਕੋਈ ਛੇੜਛਾੜ ਹੋ ਜਾਣੀ, ਇੱਦਾਂ ਦੀ ਕੋਈ ਗੱਲ ਨਹੀਂ।
ਉੱਥੇ ਤੁਸੀਂ ਯਕੀਨ ਮੰਨੋਗੇ ਜੇ ਤੁਹਾਡੇ ਵਾਸਤੇ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਤਾਂ ਆਪਣਾ ਤੰਬੂ ਛੱਡ ਕੇ ਬੰਦੇ ਬਾਹਰ ਆ ਜਾਣਗੇ ਔਰ ਤੁਹਾਨੂੰ ਇਹ ਕਹਿਣਗੇ ਭੈਣ ਜੀ ਤੁਸੀਂ ਅੰਦਰ ਆ ਕੇ ਸੌਂ, ਅਸੀਂ ਬਾਹਰ ਸੌਵਾਂਗੇ ਠੰਡ ਦੇ ਵਿੱਚ। ਇਸ ਤਰ੍ਹਾਂ ਦਾ ਅੰਦੋਲਨ ਕਦੇ ਹੋਇਆ ਹੈ ਤੱਕ? ਕਿਸਾਨ ਜ਼ਿੰਦਗੀ ਦਾ ਇੱਕ ਉਹ ਤੁਰ ਹੈ। ਅੱਜ ਸਵੇਰੇ ਮੈਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਪਾਈ, ਮੰਡੀਆਂ ਦੇ ਵਿੱਚ ਅੱਜ 80 ਪੈਸੇ ਗੋਭੀ ਵਿਕੀ ਹੈ, ਰੇਹੜੀ ਦੇ 20 ਰੁਪਏ। ਤੁਸੀਂ ਸੋਚੋ ਕਿ 80 ਪੈਸੇ ਗੋਭੀ ਦਾ ਕੀ ਕਿਸਾਨ ਹੱਕਦਾਰ ਹੈ। ਇੱਕ ਹੋਰ ਵੀ ਮੇਰੀ ਬੇਨਤੀ ਹੈ ਤੁਹਾਨੂੰ, ਮੈਂ ਸਿੰਘੂ ਬਾਰਡਰ ਦੀ ਬੇਨਤੀ ਕਰੀ ਸੀ, ਮੈਂ ਟਿਕਰੀ ਦੀ ਵੀ ਕਰੀ ਸੀ, ਮੈਂ ਗਾਜੀਪੁਰ ਬਾਰਡਰ ਦੀ ਬੇਨਤੀ ਕਰੀ ਸੀ, ਜਦੋਂ ਕਿਸੇ ਫਾਰਮਰ ਤੋਂ ਸਬਜ਼ੀ ਲੈਣੀ ਹੋ ਨਾ ਉਹਦੇ ਨਾਲ ਬਾਰਗੇਨ ਨਾ ਕਰਿਆ ਕਰੋ, ਕਿਉਂਕਿ ਬਹੁਤ ਵੱਡੀ ਚੇਂਜ ਆ ਚੁੱਕੀ ਹੈ ਸਮਾਜ ਦੇ ਵਿੱਚ। ਜੇ ਉਹ ਕਹਿੰਦਾ ਗੋਭੀ 20 ਰੁਪਏ ਹੈ ਤਾਂ ਉਹਨੂੰ ਹੱਸ ਕੇ 20 ਰੁਪਏ ਦੇ ਕੇ ਆਇਆ ਕਰੋ, ਉਹਨੂੰ ਇਹ ਨਾ ਕਿਹਾ ਕਰੋ ਯਾਰ ਗੋਭੀ 15 ਰੁਪਏ ਲਾ ਤੁਹਾਡਾ 20 ਰੁਪਏ ਨਾਲ ਕੁਝ ਜਾਣਾ ਨਹੀਂ, ਉਹਦੇ 5 ਰੁਪਏ ਨਾਲ ਪਤਾ ਨਹੀਂ ਕਿੱਥੇ ਕੁਛ ਘਟਾ। ਇਸ ਕਰਕੇ ਆਪਣੀ ਸੋਚ ਤਬਦੀਲੀ ਲਿਆਓ। ਇੱਕ ਵਾਰੀ ਫੇਰ ਇਹਨਾਂ ਸ਼ਬਦਾਂ ਨਾਲ ਆਪਣੀ ਸਪੀਚ ਸਮਾਪਤ ਕਰਦਾ, ਪਰ ਪ੍ਰਮਾਤਮਾ ਕਰੇ BBC ਟੈਲੀਵਿਜ਼ਨ ਤੇ ਲੋਹੜੀ ਵਾਲੇ ਦਿਨ ਮੈਂ ਬਹੁਤ ਵੱਡਾ ਸੱਥ ਲਾਉਣ ਜਾ ਰਿਹਾ, ਮਲਟੀ ਸੈਟਅਪ ਕੈਮਰਿਆਂ ਦੇ ਨਾਲ। ਸਿੰਘੂ ਬਾਰਡਰ ਜਦੋਂ ਸ਼ੁਰੂ ਹੁੰਦਾ ਹੈ, ਜਿੱਥੇ ਉਹ ਪਾਰਕਰ ਹੋਟਲ ਹੈ, ਪਾਰਕਰ ਹੋਟਲ ਤੋਂ ਜਦੋਂ ਆਪਾਂ ਸਿੰਘੂ ਬਾਰਡਰ ਜਾਂਦੇ ਆ, ਉਹਦੇ ਸੈਂਟਰ ਦੇ ਵਿੱਚ ਜਿੱਥੇ ਉਹ ਟਰੈਕਟਰ ਟਰਾਲੀਆਂ ਖੜੀਆਂ ਨੇ, ਉੱਥੇ 1000 ਬੰਦੇ ਦੀ ਗੈਦਰਿੰਗ ਦਾ ਮੈਂ ਸੱਥ ਲਾਉਣ ਜਾ ਰਿਹਾ। ਉੱਥੇ ਰਿਕਾਰਡਿੰਗ ਹੋਏਗੀ, ਕਿਸੇ ਬੰਦੇ ਨੇ ਵੀ ਪਾਰਟੀਸਪੇਟ ਕਰਨਾ ਮੈਂ ਤੁਹਾਨੂੰ ਉੱਥੇ ਮਿਲੂੰਗਾ, ਤੁਸੀਂ ਆ ਸਕਦੇ। ਸੋ ਪ੍ਰਮਾਤਮਾ ਕਰੇ ਇਹ ਤਿੱਥ ਤਿਉਹਾਰ, ਇਹ ਜਨਮ ਦਿਨ, ਇਹ ਲੋਹੜੀਆਂ, ਸ਼ਗਨ ਵਿਹਾਰ, ਇਹ ਆਪਣੇ ਘਰਾਂ ਦੇ ਮਨਾਉਣੇ ਬੰਦ ਕਰ ਦਿਓ, ਦਿੱਲੀ ਚੱਲੋ, ਇਸ ਅੰਦੋਲਨ ਦਾ ਹਿੱਸਾ ਪਾਓ। ਅਖੀਰ ਵਿੱਚ ਇਹ ਕਹਿਣਾ ਕਿ ਜੌਲੀ ਬਾਈ ਨੂੰ ਵੋਟਾਂ ਜ਼ਰੂਰ ਪਾਇਓ, ਔਰ ਉਹ ਨਾ ਹੋਵੇ ਸ਼ਾਨ ਦੇ ਨਾਲ ਇਹ ਜਿੱਤ ਕੇ ਆਉਣ, ਇਹਨਾਂ ਦੇ ਗਲਾਂ ਦੇ ਵਿੱਚ ਹਾਰ ਹੋਣ। ਜਿੰਨਾ ਆਪਾਂ ਇੱਥੇ ਬੋਲ ਰਹੇ ਹਾਂ, ਇਹਨਾਂ ਦੀ ਜਿੱਤ ਵਾਲੀ ਸਾਡੀ ਹੁਣ ਇੱਜ਼ਤ ਹੈ, ਕਿਉਂਕਿ ਇਹਨਾਂ ਵਾਸਤੇ ਅਸੀਂ ਸਾਰੇ ਸਿਰ ਤੋੜ ਯਤਨ ਕਰ ਰਹੇ ਹਾਂ। ਕੱਲਾ ਕੱਲਾ ਬੰਦਾ ਇੱਥੇ ਠੰਡ ਦੇ ਵਿੱਚ ਆਇਆ, ਸਾਰੇ ਬੱਚੇ ਵੀ ਬੈਠੇ ਨੇ। ਮੈਂ ਪਿੱਛੇ ਬੱਚਿਆਂ ਦੀ ਇੰਟਰਵਿਊ ਕਰਦੇ, ਕਹਿੰਦੇ ਅੰਕਲ ਮੇਰੀ ਇੰਟਰਵਿਊ ਲਓ। ਮੈਂ ਕਿਹਾ ਬੇਟੇ ਮੈਂ ਜ਼ਰੂਰ ਲਊਂਗਾ। ਬੱਚੇ ਕਹਿੰਦੇ ਵੀ ਪਾਰਕ ਬਹੁਤ ਸੋਹਣੇ ਬਣ ਗਏ, ਬੈਂਚਾਂ ਵੀ ਬੰਦ ਹੋ ਗਿਆ, ਝੂਲੇ ਪਰ ਉਹਦੀ ਇੱਕ ਡਿਮਾਂਡ ਹੈ ਝੂਲੇ ਨਵੇਂ ਲਵਾ ਦਿਓ। ਸੋ ਇਨ੍ਹਾਂ ਸ਼ਬਦਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ। ਬੁਲਾਰੇ ਬਹੁਤ ਨੇ। ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵਾਕ ਕਰ ਰਹੀਆਂ ਘੁੰਮੇ ਰਹੀਆਂ ਵਾ, ਇਹਨਾਂ ਦੀ ਸੇਫਟੀ ਤੁਸੀਂ ਸੁਣਿਆ ਹੋਵੇਗਾ ਵੀ ਇੱਥੋਂ ਕੇਸ ਹੋ ਗਿਆ ਜੀ, ਸ਼ਹਿਰ ਲਾ ਕੇ ਭੱਜ ਗਏ, ਉੱਥੋਂ ਕੇਸ ਹੋ ਗਿਆ, ਮੋਬਾਈਲ ਖੋਹ ਫੜ ਗਏ। ਪਰ ਸਾਡੇ ਵਾਰਡ ਵਿੱਚ ਇਹੋ ਜਿਹਾ ਕੇਸ ਨਹੀਂ ਆਇਆ। ਉਹ ਰਹਿਣ ਬਾਅਦ ਹੋਰ ਤੁਹਾਨੂੰ ਮੈਂ ਬੜੀ ਗੂੜੀ ਗੱਲ ਦੱਸਣ ਜਾ ਰਿਹਾ ਹਾਂ। ਰਾਤ ਦੇ 2 ਵਜੇ ਦਾ ਸਮਾਂ, ਦਸੰਬਰ ਦਾ ਮਹੀਨਾ, ਇੰਨੀ ਧੁੰਦ ਪਈ ਆ, ਇੰਨੀ ਠੰਡ ਆ। ਮੈਗਾ ਮਾਰਟ ਦੇ ਵਿੱਚ 2-3 ਗੱਡੀਆਂ ਖਲੋਤੀਆਂ ਹੈਗੀਆਂ, ਹੁੱਲੜਬਾਜ਼ੀ ਬੱਚੇ ਕਰ ਰਹੇ, ਨਾਲ ਲੜਕੀਆਂ ਵੀ ਉਹਨਾਂ ਦੇ ਵਿੱਚ ਹੈਗੀਆਂ, ਦਾਰੂ ਪੀਤੀ ਸਾਰੀ। ਉਹਨਾਂ ਨੂੰ ਮੈਂ ਰਿੰਗ ਕੀਤਾ ਤਾਂ ਮੇਰਾ ਬਲਾਕ ਜਿਹੜਾ ਵਾ ਉਹ ਬਿਲਕੁਲ ਮੈਗਾ ਮਾਰਟ ਦੇ ਲਾਗੇ ਹੈਗਾ। ਰਾਤ ਨੂੰ 2 ਵਜੇ ਰਿੰਗ ਕੀਤਾ, ਮੈਂ ਕਿਹਾ ਕਾਕਾ ਇਹ ਤੇ ਬਹੁਤ ਗੰਦ ਵੱਧ ਰਹੇ ਹੈਗੇ ਆ ਤੇ ਸ਼ਰਾਬ ਪੀਤੀ ਦੇ ਨਾਲ ਦੁਨੀਆ ਵੀ ਹੈਗੇ। ਬਲੀਵ ਯੂ ਮੀ, ਇਹ ਇਨਸਾਨ ਆਪਣੀ ਵਾਈਫ ਨੂੰ ਨਾਲ ਲੈ ਕੇ ਉੱਥੇ ਪਹੁੰਚੇ। ਜਦੋਂ ਮੈਂ ਕਿਹਾ ਵੀ ਲੜਕੀਆਂ ਨਾਲ ਆਉਂਦੇ ਹੈਗੇ, ਹੁਣ ਲੜਕੀਆਂ ਨੂੰ ਜੇ ਗੱਲ ਕਰਨੀ ਕੌਣ ਕਰੇ, ਕੋਈ ਧੀ ਭੈਣ ਚਾਹੀਦੀ ਹੈ। ਇਹਨਾਂ ਦੀ ਵਾਈਫ 2 ਵਜੇ ਰਾਤ ਨੂੰ ਉੱਠ ਕੇ ਉੱਥੇ ਆਏ। ਉਹਨਾਂ ਨੂੰ ਪਹਿਲਾਂ ਸਮਝਾਇਆ, ਪਰ ਬੇਵਕੂਫਾਂ ਦੀ ਕੋਈ ਹੱਦ ਨਹੀਂ ਹੁੰਦੀ। ਉਹਨਾਂ ਵਿੱਚੋਂ 2-4 ਬੇਵਕੂਫ ਉਲਟਾ ਬੋਲੇ। ਇਮੀਡੀਏਟਲੀ ਇਹਨਾਂ ਨੇ ਪੁਲਿਸ ਬੁਲਾਈ, ਪੁਲਿਸ ਬੁਲਾ ਕੇ ਉਹਨਾਂ ਬੰਦੇ ਨੂੰ ਜਾ ਕੇ ਥਾਣੇ ਖੜਿਆ। ਪਰ ਫਿਰ ਵੀ ਉੱਥੇ ਜਾ ਕੇ ਥਾਣੇ ਫਿਰ ਗਏ, ਕਹਿੰਦੇ ਵੀ ਇਹਨਾਂ ਨੂੰ ਜ਼ਿਆਦਾ ਤੰਗ ਨਹੀਂ ਕਰਨਾ, ਸਾਡੇ ਹੀ ਬੱਚੇ ਆ, ਕੋਈ ਗੱਲ ਨਹੀਂ। ਇਹਨਾਂ ਦੀ ਜੇ ਉੱਤਰ ਜਾਂਦੀ ਤਾਂ ਆਪਣਾ ਦਿਮਾਗ ਸਹੀ ਹੋ ਜਾਣਾ। ਉਸ ਸਿਚੁਏਸ਼ਨ ਤੋਂ ਉਹਨਾਂ ਨੂੰ ਬਚਾਇਆ। ਸਾਡੀ ਰਾਤ ਨੂੰ ਨੀਂਦ ਜਿਹੜੀ ਸੀ ਪ੍ਰੋਪਰ ਸਾਨੂੰ ਆਈ, ਕਿਉਂਕਿ ਰਾਤ ਨੂੰ ਲੈ ਕੇ ਫਸਾਉਂਗੇ ਅਸੀਂ। ਇਹ ਬੰਦਾ ਸਵੇਰੇ 5 ਵਜੇ ਮੈਨੂੰ ਰਿੰਗ ਕਰ ਰਿਹਾ, ਕਹਿੰਦਾ ਸਰ ਜੀ ਜੋ ਤੁਸੀਂ ਕਿਹਾ ਉੱਦਾਂ ਹੀ ਹੋਇਆ। ਮੈਂ ਕਿਹਾ ਕੋਈ ਗੱਲ, ਬਿਲਕੁਲ ਇਹੋ ਹੀ ਤੁਹਾਡੀ ਜ਼ਿੰਮੇਵਾਰੀ ਇਹੋ ਆ। ਜੇ ਕੋਈ ਸਾਡਾ ਬੱਚਾ ਗਲਤ ਰਸਤੇ ਵਿੱਚ ਜਾ ਰਿਹਾ ਹੈਗਾ, ਉਸ ਬੱਚੇ ਨੂੰ ਉਹ ਰਸਤੇ ਤੋਂ ਕੱਢਣਾ ਵਾ। ਨਿਮਰਤਾ ਤੇਰਾ ਧੰਨਵਾਦ ਉਸ ਰਾਤ ਦਾ। ਰਾਤ 2 ਵਜੇ ਕੋਈ ਧੀ ਭੈਣ ਉੱਠ ਕੇ ਬਾਹਰ ਨਹੀਂ ਆਉਂਦੀ। ਉਸ ਦਿਨ ਬੱਚੇ ਤੂੰ 2 ਵਜੇ ਉੱਠ ਕੇ ਆਇਆ, ਤੇਰਾ ਤਹਿ ਦਿਲ ਤੋਂ ਧੰਨਵਾਦ ਕਰਦੇ ਅਸੀਂ। ਅੱਗੇ ਤੋਂ ਵੀ ਪ੍ਰਮਾਤਮਾ ਤੁਹਾਨੂੰ ਸਮਰਥ ਬਖਸ਼ੇ, ਤੁਹਾਨੂੰ ਹਿੰਮਤ ਬਖਸ਼ੇ, ਇਸੇ ਤਰ੍ਹਾਂ ਹੀ ਤੁਸੀਂ ਸਮਾਜ ਸੇਵਾ ਕਰਦੇ ਰਹੋ। ਅਗਲੀ ਜਿਹੜੀ ਜੋ ਹੈਗੀ ਇਸ ਬੰਦੇ ਦੀ ਨੇਕ ਨੀਅਤ ਜਿਹੜੀ ਹੈ ਨਾ, ਉਹ ਬਹੁਤ ਵੱਡੀ ਹੈਗੀ ਆ। ਇਹਨੂੰ ਪਾਰਟੀ, ਪੋਲੀਟੀਕਲ ਪਾਰਟੀ ਮੈਂ ਕਹਿੰਦਾ ਕਾਂਗਰਸ ਜਾਵੇ, BJP, ਫਲਾਣਾ ਢੰਗ ਇੱਥੇ ਮਰ ਜਾਵੇ। ਸਾਨੂੰ ਕਿਹੋ ਜਿਹਾ ਬੰਦਾ ਚਾਹੀਦਾ ਜਿਹੜਾ ਸਾਡੇ ਵਿੱਚ ਸਾਡੇ ਕੋਲ ਆਵੇ, ਅਸੀਂ ਨਾ ਕੋ ਜਾਈਏ, ਸਾਡੇ ਕੋਲ ਇਹ ਆਵੇ, ਆ ਕੇ ਦੱਸੇ ਭਾਈ ਦੱਸੋ ਮੈਂ ਤੁਹਾਡੇ ਕੋਈ ਲੱਖ ਤੁਹਾਡਾ ਇਹਦੇ ਦਾ ਕੰਮ ਕਰਨਾ, ਕੋਈ ਪੁਲਿਸ ਦਾ ਕੰਮ ਕਰਨਾ। ਉਹ ਦੁੱਖ ਨੂੰ ਸਾਡੇ ਨੂੰ ਸੁਣੇ। ਮਿਊਨਿਸਪਲ ਕਮੇਟੀ ਦੀ ਮੀਟਿੰਗ
ਤੇ ਜਾ ਕੇ ਸਾਡੇ ਦੁੱਖੜੇ ਰੋਵੇ, ਦੱਸੇ। ਜੇ ਤੁਹਾਡਾ ਐਮਸੀ ਤੁਹਾਨੂੰ ਆ ਕੇ ਨਹੀਂ ਮਿਲਦਾ, ਜੇ ਤੁਹਾਡਾ ਐਮਸੀ ਜਾ ਕੇ ਮੈਨੇਜਮੈਂਟ ਕਮੇਟੀ ਐਮਸੀ ਦੀਆਂ ਮੀਟਿੰਗਾਂ ਅਟੈਂਡ ਨਹੀਂ ਕਰਦਾ ਤੇ ਕੀ ਫਾਇਦਾ ਉਸ ਐਮਸੀ। ਇਸ ਬੱਚੇ ਨੇ 100% ਮੀਟਿੰਗਾਂ ਅਟੈਂਡ ਕੀਤੀਆਂ, ਸਿਰ ਤਾਲੀ ਮਾਰੋ। ਐਮਸੀ ਦੀ ਕੋਈ ਮੀਟਿੰਗ ਨਹੀਂ ਛੱਡੀ, ਨਾ ਟੀਮ ਨੇ ਸਿੰਗਲ ਮੀਟਿੰਗ। ਇਹਨਾਂ ਦੀ ਸਿਹਤ ਖਰਾਬ ਸੀਗੀ, ਹਸਪੀਟਲ ਤੋਂ ਆਏ ਸੀ, ਫਿਰ ਵੀ ਜਾ ਕੇ ਮੀਟਿੰਗ ਅਟੈਂਡ ਕੀਤੀ ਆ। ਇੱਕ ਦੋ ਪੁਆਇੰਟ ਸਾਡੇ ਜਿਹੜੇ ਇਹਨਾਂ ਨੇ ਕੀਤੇ। ਬਾਕੀ ਸਾਨੂੰ ਜਦੋਂ ਵੀ ਕਦੀ ਇਹਨਾਂ ਨੂੰ ਕਿਹਾ ਵੀ ਆਹ ਭਾਈ ਪੁਆਇੰਟ ਸਾਡਾ ਕਰਨ ਵਾਲਾ, ਇਹਨਾਂ ਦਾ ਜਵਾਬ ਸੀ ਸਾਰੇ ਇਹ ਗੱਲ ਆ ਕੇ ਡਿਸਕਸ ਹੋ ਚੁੱਕੀ ਆ। ਵਿਦਨ 38 ਆਵਰ ਜਾਂ 28 ਆਵਰ ਕੰਮ ਸ਼ੁਰੂ ਹੋਣ ਵਾਲਾ ਨਹੀਂ ਹੋਣਾ, ਔਰ ਉਹ ਕੰਮ ਕਰਕੇ ਰਿੰਗ ਕਰਨਾ, ਇਹ ਕੰਮ ਹੋ ਗਿਆ। ਤੁਸੀਂ ਦੇਖ ਲਓ ਆ ਕੇ ਇਹ ਇਨਸਾਨ ਉਹ ਹੈ ਜਿਹਦੇ ਵਿੱਚ ਸਮਾਜ ਸੇਵਾ ਦਾ ਜਜ਼ਬਾ ਹੈ, ਨੇਕ ਨੀਅਤ ਹੈ। ਆਪਾਂ ਇਹੋ ਜਿਹੇ ਇਨਸਾਨ ਦੀ ਸਾਨੂੰ ਜ਼ਰੂਰਤ ਆ, ਇਹੋ ਜਿਹੀ ਲੜਕੀ ਦੀ ਸਾਨੂੰ ਜ਼ਰੂਰਤ ਆ। ਸਾਡੇ ਵਾਰਡ 'ਚ ਤਾਂ ਨਹੀਂ ਆਉਣਾ, ਇਹਨਾਂ ਨੇ ਤੁਹਾਡੇ ਵਾਰਡ 'ਚ ਆਉਣਾ, ਪਰ ਇਹ ਗਰੰਟੀ ਨਾਲ ਅਸੀਂ ਕਹਿ ਸਕਦੇ ਇਸ ਬੱਚੇ ਬਾਰੇ ਇਹ ਕੰਮ ਕਰਨ ਦਾ ਮਾਦਾ ਇਹਦੇ ਵਿੱਚ ਹੈ। ਦੂਸਰੀ ਇਹਦੇ ਵਿੱਚ ਇਹ ਹੈਗੀ ਆ ਕਿ ਇਸ ਬੰਦੇ ਨੂੰ ਹਮੇਸ਼ਾ ਇਹੋ ਕਹਿੰਦਾ ਕਿ ਭਾਈ ਮੈਂ ਤੁਹਾਡਾ ਬੱਚਾ ਵਾਂ, ਤੁਸੀਂ ਮੇਰੇ ਮਾਂ-ਬਾਪ ਹੋ, ਬਜ਼ੁਰਗ ਹੋ, ਮੇਰੇ ਤੇ ਅਸ਼ੀਰਵਾਦ ਰੱਖੋ, ਸਿਰ ਤੇ ਹੱਥ ਰੱਖੋ, ਔਰ ਮੈਨੂੰ ਦੱਸੋ ਵੀ ਕੰਮ ਕੀ ਕਰਨ ਵਾਲਾ। ਜੇ ਮੈਂ ਨਾ ਕਰਾਂ ਤੇ ਮੈਨੂੰ ਜੁੱਤੀਆਂ ਮਾਰੋ ਬੇਸ਼ੱਕ ਤੁਸੀਂ, ਮੇਰੇ ਜੁੱਤੇ ਦਾ ਹਾਰ ਪਾਓ ਮੇਰੇ ਸਿਰ 'ਚ, ਮੈਂ ਕੰਮ ਕਰਾਵਾਂਗਾ ਤੁਹਾਡੇ, ਔਰ ਕੰਮ ਹੋਣੇ ਆ, ਇਹ 'ਚ ਕੋਈ ਡਾਊਟ ਨਹੀਂ। ਇੱਕ ਵੀ ਕੰਮ ਨਹੀਂ ਜਿਹੜਾ ਇਹਨਾਂ ਨੂੰ ਦੱਸਿਆ ਇਹਨਾਂ ਨਹੀਂ ਕੀਤਾ। ਅੱਧੀ ਰਾਤ ਸਾਨੂੰ ਲੋੜ ਪਈ, ਅਸੀਂ ਜਲਵਾਯੂ ਟਾਵਰ ਇੰਡੀਪੈਂਡੈਂਟ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਡਾ ਸਭ ਆਪਣਾ ਹੈ। ਪਰ ਫਿਰ ਵੀ ਹਰ ਮਹੀਨੇ ਇਹਨਾਂ ਨੇ ਚੱਕਰ ਮਾਰਨਾ, ਮੈਨੇਜਮੈਂਟ ਕਮੇਟੀ ਨੂੰ ਮਿਲਣਾ, ਸਾਡੇ ਪ੍ਰਧਾਨ ਸਾਹਿਬ ਜਥੇਦਾਰ ਸਾਹਿਬ ਆ ਕੇ ਹਮੇਸ਼ਾ ਇਹਨਾਂ ਨੂੰ ਮਿਲਣਾ ਕਿ ਭਾਈ ਤੁਹਾਡਾ ਮੈਂ ਕੀ ਇਸ ਇਲਾਕੇ ਤੱਕ ਲੱਗੀ ਕਰਨਾ। ਅਸੀਂ ਕਹਿਣਾ ਵੀ ਹਾਂ ਸੜਕ ਟੁੱਟੀਆਂ ਬਣਵਾ ਦਿਓ, ਕਹਿੰਦਾ ਜੀ ਮੈਨੂੰ ਟੱਪਾ ਟਾਈਮ ਦਿਓ, ਮੈਨੂੰ ਇੰਨਾ ਟਾਈਮ ਦੇ ਦਿਓ, ਇਹ ਕੰਮ ਹੋ ਜਾਏਗਾ। ਉਹ ਕੰਮ ਕਰਨ ਤੋਂ ਬਾਅਦ ਹੀ ਆ ਕੇ ਆਪਣਾ ਚਿਹਰਾ ਹਮ ਦਿਖਾਉਂਦੇ, ਉਹਨੂੰ ਸਾਡੇ ਕੋਲ ਆਉਂਦੇ ਨਹੀਂ ਸੀ, ਕਹਿੰਦਾ ਭਾਈ ਮੈਂ ਕੰਮ ਕਰਕੇ ਫਿਰ ਤੁਹਾਡੇ ਕੋਲ ਆਵਾਂਗਾ ਵੀ ਕੰਮ ਹੋ ਗਿਆ। ਇਸ ਕਰਕੇ ਆਪਾਂ ਡਨ ਕਰਨਾ ਹੈਗਾ ਹਰਿੰਦਰਪਾਲ ਜੋਲੀ ਨੂੰ ਆਉਂਦੀ ਇਲੈਕਸ਼ਨ ਵਿੱਚ ਦਿਲੋਂ ਇਸ ਬੰਦੇ ਦੀ ਸਪੋਰਟ ਕਰ ਰਹੇ ਆ, ਔਰ ਇਲੈਕਸ਼ਨ ਦੀ ਗਿਣਤੀ ਇੱਦਾਂ ਦੀ ਹੋਵੇ ਕਿ ਪਲੜਾ ਇੱਦਾਂ ਹੀ ਹੋਣਾ ਚਾਹੀਦਾ, ਝੰਡਾ ਉੱਪਰ ਹੋਣਾ ਚਾਹੀਦਾ, ਫੁੱਲਾਂ ਦਾ ਹਾਰ ਪਾ ਕੇ ਬਾਹਰ ਕੱਢ ਕੇ ਲਿਆਉਣਾ ਚਾਹੀਦਾ। ਇੰਨੀਆਂ ਗੱਲਾਂ ਦੱਸਦਾ ਹੋਇਆ ਮੈਂ ਆਪਣੀ ਸਮਾਪਤੀ ਕਰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਆ ਜੋਲੀ ਸਾਹਿਬ ਦੀ ਸਪੋਰਟ ਵਿੱਚ। ਸਾਡੇ ਵਾਰਡ 'ਚ ਕਾਫੀ ਕੰਮ ਹੋਏ ਨੇ ਇਹਨਾਂ ਦੇ ਟੈਨਰ ਦੇ ਵਿੱਚ। ਸਾਡੀ ਜਿਹੜੀ ਜਲਵਾਯੂ ਟਾਵਰ ਦੀ ਸੁਸਾਇਟੀ ਹੈਗੀ, 1292 ਫਲੈਟ ਹੈਗੇ, ਸਭ ਤੋਂ ਵੱਡੀ ਸੁਸਾਇਟੀ ਹੈਗੀ। 5-6 ਸਾਲ ਹੋ ਗਏ ਇਸ ਸੁਸਾਇਟੀ ਨੂੰ ਬਣੇ। ਸ਼ੁਰੂ ਵਿੱਚ ਨਵੀਂ ਸੁਸਾਇਟੀ ਸੀ, ਕਾਫੀ ਪ੍ਰੋਬਲਮਾਂ ਆਈਆਂ ਸੀ, ਕਾਫੀ ਦਿੱਕਤਾਂ ਸੀ, ਕਾਫੀ ਜ਼ਰੂਰਤਾਂ ਸੀ। ਤੇ ਆਪਾਂ 5 ਸਾਲ ਪਹਿਲੇ ਜੋਲੀ ਸਾਹਿਬ ਦੇ ਕੰਟੈਕਟ 'ਚ ਆਏ ਸੀ। ਆਪਾਂ ਜਿਸ ਵੇਲੇ ਕੋਈ ਪ੍ਰੋਬਲਮ ਹੋਈ ਜੋਲੀ ਸਾਹਿਬ ਦੇ ਕੋਲ ਚਲੇ ਗਏ। ਉਹਨਾਂ ਨੂੰ ਜੋ ਵੀ ਆਪਾਂ ਕਿਹਾ ਉਹਨਾਂ ਨੇ ਸਾਡਾ ਸਾਥ ਦਿੱਤਾ, ਸਾਡੇ ਨਾਲ ਗਏ ਅਥਾਰਟੀ ਦੇ ਕੋਲ, ਉਹ ਸਾਡੇ ਕੰਮ ਸਾਰੇ ਕਰਵਾਏ। ਅੱਜ ਆਪਾਂ JBT ਵਿੱਚ ਕਾਫੀ ਖੁਸ਼ਹਾਲ ਹੈਗੇ। ਹੁਣ ਇਹ ਜਿਹੜੇ 10 ਵਾਰਡ 'ਚ ਇਲੈਕਸ਼ਨ ਲੜਨਗੇ, ਆਪਾਂ ਚਾਹੁੰਦੇ ਹਾਂ ਆਪਾਂ ਤਾਂ ਇੰਪਰੂਵਮੈਂਟ ਕੀਤਾ ਹੈ, ਨਾਲ ਜਿਹੜਾ 10 ਵਾਰਡ ਦੇ ਵਿੱਚ ਵੀ ਕਾਫੀ ਇੰਪਰੂਵ ਹੋਣਾ ਚਾਹੀਦਾ। ਔਰ ਜੋਲੀ ਸਾਹਿਬ ਦੀ ਕੈਪੈਬਿਲਿਟੀ ਹੈਗੀ ਕਿ ਇਹ ਸਭ ਕੰਮ ਕਰ ਸਕਦੇ ਨੇ। ਮੈਂ ਪਿਛਲੇ 5 ਸਾਲ ਵਿੱਚ ਦੇਖਿਆ ਕਿ ਹੁਣ ਅੱਧੀ ਰਾਤ ਨੂੰ ਵੀ ਕਿਤੇ ਫੋਨ ਕਰੀਏ ਤੇ ਜੋਲੀ ਸਾਹਿਬ ਤੇ ਪਹੁੰਚ ਜਾਂਦੇ ਨੇ। ਉਹ ਸਾਨੂੰ ਇਹ ਨਹੀਂ ਹੈਗਾ ਕਿ ਇਹਨਾਂ ਦੇ ਆਫਿਸ ਜਾ ਕੇ, ਇਹਨਾਂ ਦੇ ਘਰ ਜਾ ਕੇ ਉਹ ਕਰੋਗੇ। ਇੱਕ ਫੋਨ ਕਾਲ ਤੇ ਇਹ ਰੈਡੀ ਰਹਿੰਦੇ ਨੇ, ਔਰ ਹਰ ਇੱਕ ਦੀ ਮਦਦ ਕਰਨ ਵਿੱਚ ਅੱਗੇ ਆਉਂਦੇ ਨੇ। ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਇਹੋ ਕਹਾਂਗਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਚਾਹੁੰਦੇ ਹਾਂ ਕਿ ਜੋਲੀ ਸਾਹਿਬ ਨੂੰ ਉਮੀਦਵਾਰ ਜਿਤਾਈਏ ਤਾਂ ਕਿ ਸਾਡੇ ਏਰੀਆ ਦੀ ਇੰਪਰੂਵਮੈਂਟ ਹੋਵੇ। ਜੈ ਹਿੰਦ। ਸਾਰੇ ਬੈਠੇ ਮੇਰੀਆਂ ਭੈਣਾਂ ਤੇ ਮੇਰੇ ਵੀਰ ਤੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਸਾਰੇ ਮੇਰੇ ਵੀਰ ਹੁਣ ਬੋਲ ਚੁੱਕੇ ਨੇ, ਔਰ ਬੋਲਣਾ ਮੈਂ ਵੀ ਉਹੀ ਆ, ਕਿਉਂਕਿ ਅਸਲੀਅਤ ਵੀ ਉਹੀ ਆ ਤੇ ਕਹਿਣਾ ਵੀ ਅਸੀਂ ਉਹੀ ਚਾਹਾਂਗੇ ਜਿਹੜੀ ਅਸਲੀਅਤ ਆ। ਜਿੱਥੋਂ ਤੱਕ ਜੋਲੀ ਸਾਹਿਬ ਦਾ ਤਾਲੁਕ ਆ, ਜਿੰਨਾ ਕਿ ਮੈਂ ਇਹਨਾਂ ਨੂੰ ਜਾਣਦਾ, ਕੋਈ ਲਾਸਟ ਕੋਲ 4 ਸਾਲ ਤੋਂ, ਇਹ
इंसान ने ਜਿਹੜੇ ਕਿ बहुत ही मुश्किल कोई किसी तरह की भी मुश्किल होवे अपने आप ही आ जाते हैं तो सदे तो जरूर आ ही जाते हैं। मैं तुहानूं छोटी जी मिसाल दिना कि जो करोना कोविड-19 या जो भी आप कहिए उसकी प्रॉब्लम शुरू हुई, सब तो पहला की सी थां नूं सैनिटाइज करना। साढ़े वास्ते की प्रॉब्लम सी, साढ़े कोल लिफ्टां ने जो लिफ्ट के विच आप 14 मंजिल तक जांदियां ने, उन्हां दा सैनिटाइज होना बहुत जरूरी सी। मैं बहुत जगह तो ट्राई की, उस टाइम सैनिटाइजर नहीं सी मिल रहे। मैं म्यूनसिपल कारपोरेशन को ट्राई की, उन्होंने भी कहा जी अजे नहीं असीं थोड़े दिन वेट करांगे, पर मैं देख की रहा भरा मेरा ये पिछे ढोली बन के खुद स्प्रे करके गया। की तुसीं ये मान सकते हो? भर के ढोली लैके आया सैनिटाइजर मटीरियल की और सारे किया जो करना किया। फिर दिन असीं भी ये लगे क्योंकि साढ़े 26 टावर है, 26 टावर कोई माड़ी जी गल नहीं, सारे थावां ते करना सी। मैं तुहानूं एक छोटी जी मिसाल दी आ कि इंसान के सोचण का ढंग बिना बनाए भी आ जा भाई कर। मैं जो सारे थां ट्राई कर रहा कैमिस्ट मैं तो मैनू नहीं कितों मिल रहा, MC का नैक्सट जिन्हों का काम आ जिन्हों का करना जो कि नहीं करते आंटी ओपनली कहने के उत्ते भी उन्होंने किसी बारे भी कहिए वो पहली गल तो सोसाइटी को वैसे इग्नोर करते हैं बिकॉज ये सोसाइटी है और सोसाइटी को कोई भी प्रिविलेज नहीं है। जे अज असी ईवन इलैक्शन वास्ते भी मेरे को आके MLA या मिनिस्टर ने पूछे, मैं एको ही क्वेश्चन पूछता कि तुसीं मैनूं ये दसो कि की तुसीं सानूं फैसिलिटी दी है। जिनमें सड़कां साफ होंदियां ने इत्थे सोसाइटी च नहीं, लाइटां ने नहीं, पानी नहीं, तो होर रह की गया भी ये कोई नहीं दिंदे। पर मेरे कहने का मतलब मैं उत्थों नहीं जाना चाहता, पर इन्हों जो भी कही है भी साढ़े अगे सड़कां टुटियां ने, बाहरले पासे होर है जी भी रिक्वायरमेंट होंगी है, कदे इन्हों कहिए कहते भी सू थोड़ा टाइम दो। और श्योर इनफ ये हमेशा ही अपनी कोशिश ना अपनी हिम्मत के नाल वो सारे काम कराते हैं। तो दोस्तों सानूं चाहिदा की आ, सानूं किहड़ा MC चाहिदा जिहड़ा आके काम करावे, काम करे और जिहड़ा चौधरी साहब को बिना बनाए कोविड आ गया सैनिटाइजर उत्ते टैंकी बन के आ गई, सानूं वही MC की जरूरत है। इस करके ज़्यादा नहीं मैं कहना चाहता, होर भी बुलारे होणगे। एको ही एक वीर मेरे भैन भी साडी इलैक्शन लड़ रही है 11 मार्च तो, मैं वही चाहना कि आप सारे रल मिल के हुण साडा मौका कि असी एक अपना MC चुनीए, जिहड़ा चुनीए थोड़े सामने है, ताकि असी इन्हों कामयाब बनाइए। सारे हिम्मत करिए, कल्ले ना नहीं होना, सारे हिम्मत करिए इन्हों कामयाब बनाइए ताकि अगले 5 साल सानू किसी मुश्किल का सामना कल्लियां नूं ना करना पवे। जे पवे तो मुश्किल दे विच ये साडे मूहरे होण लगे होए ते सारियां मुश्किलां नूं हल कराओ। पार्लियामेंट इलैक्शन पर इन्ना जबरदस्त खर्च शायद नहीं देखने को मिला थोड़ा इलैक्शनों में कि अपने इस एरिए जॉली साहब का मैं ठीक रहा कितना प्यार है, कितना टच है ग्राउंड लेवल तो कितना उन्होंने खींचा ये खर्च तो पता लगता सारा। तो बिल्कुल मैं थोड़ा दसना चाहूँगा कि जलवायु टावर के बशिंदा उत्थों रहेगा वा 2014 तो ये मेरे प्यारे सीनियर साढ़े मेहरबान ने नेता ने अपने साथ जलवायु टावर के जज साहब विजय जी तो रियाज साहब इन्हें बहुत ही तजर्बे दी गल्लां तुहाडे नाल कीतियां ने। जवाली साहब बारे पिछले 5-6 सालों तो वार्ड नंबर 11 तो जो इन्होंने कामकार की नेरी लियांदी तुसीं फिरदे फिरदे देखिया होगा। इसी तरह जो इस पार्क में नक्शा ही बड़ा बदलिया हुआ नजर आता है। मैं रोज ही लंघना, मेरे को छोटे छोटे फ्लैट लंघना रोड से मेरे को रोज लंघना डेली। और कुछ दिनों तो ये बड़ी जबरदस्त हाल चेंज हुई है
ਦੇਖੋ ਤੁਹਾਡੇ ਬੱਚਿਆਂ ਵਾਸਤੇ ਇਹ ਪਲੇਟਫਾਰਮ, ਬਜ਼ੁਰਗਾਂ ਵਾਸਤੇ ਪਲੇਟਫਾਰਮ, ਇਹ ਪਾਰਕ ਇਹਨਾਂ ਸਜਾਇਆ ਗਿਆ ਹੈ ਇਲੈਕਸ਼ਨ ਤੋਂ ਪਹਿਲਾਂ। ਨਹੀਂ ਤਾਂ ਆਮ ਗੱਲਾਂ ਆਪਾਂ ਸੁਣਦੇ ਹਾਂ ਕਿ ਅਸੀਂ ਜਿੱਤਾਂਗੇ ਤੇ ਆਹ ਕਰਾਂਗੇ, ਉਹ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਇਹਨਾਂ ਨੇ ਇੱਕ ਹੋਰ ਬੜਾ ਵੱਡਾ ਯੋਗਦਾਨ ਖਰੜੇ ਨੇ ਦਿੱਤਾ, ਜਿਹੜਾ ਕਿ ਇੱਕ ਬਹੁਤ ਵੱਡਾ ਸਟੇਡੀਅਮ ਸ਼ਾਇਦ ਪੰਜਾਬ 'ਚ ਪਹਿਲਾ ਸਟੇਡੀਅਮ ਹੈ ਜਿਹੜਾ 20 ਕਰੋੜ ਦੀ ਲਾਗਤ ਦੇ ਨਾਲ ਖਰੜ ਨੂੰ ਇਹ ਮਿਲਿਆ ਗੌਰਮੈਂਟ ਕੋਲ। ਇਹ ਜਿਹੜੀ ਤਾਲੀ ਮਾਰਨੀ ਚਾਹੀਦੀ ਹੈ, ਇਹਨੇ 'ਚ ਜੋਲੀ ਸਾਹਿਬ ਦਾ ਬੜਾ ਦਸਤ ਹੋਊਗਾ। ਉਹ ਇੱਕ ਵੱਡਾ ਉਪਰਾਲਾ ਪਰ ਛੋਟੇ ਛੋਟੇ ਉਪਰਾਲੇ ਵਾਰਡ ਨੰਬਰ 10 11 'ਚ ਇਹ ਬਖੂਬੀ ਕਰਦੇ ਨੇ। ਜਿਵੇਂ ਜੱਜ ਸਾਹਿਬ ਨੇ ਦੱਸਿਆ ਕਿ ਮੇਰੇ ਸਵੇਰੇ